श्री अर्जुन विघ्नन के नाशक विघ्नन के नाशक हर गोविंद शुभ सुमत प्रकाशक श्री हर राय नमो कर जोरी नमो कर जोरी श्री हर कृष्ण मनाए बहोरी तेग बहादुर परम कृपाला परम कृपाला श्री गुरु गोबिंद सिंह विशाला तरो तरा पर पुन पुन सीसा पुन पुन सीसा बंदा बार बार जगदीशा जिसमें अमृत ज्ञान है मानुख भगत वैराग श्री गुरु ग्रंथ साहिब उदद बंदा कर अनुराग श्री गुरु शब्द कमाए जिन जीते पंच विकार तिन संतन को बंदना सिर चरणन पर तार एक ओंकार सतगुरु ते प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए। सतनाम श्री वाहिगुरु साहिब जी दोहरा सिख संगत लवपुरी के सकल दर्श को आए वहर दूर के सुनत इत आन भये समुदाय सिख संगत लवपुरी के वाहिगुरु जी का खालसा वाहिगुरु जी की फतेह। पतित पावन भगत वत्सल करुणा निधान जुगो जुग अटल गरीब निवाज धन धन सतगुरु श्री गुरु ग्रंथ साहिब जी दी पावन पवित्र हजूरी अंदर विराजमान गुरु रूप प्यारी साध संगत जीओ ਧੰਨ ਦੀਨ ਦੁਨੀ ਦੇ ਮਾਲਕ ਪੰਚਮ ਗੁਰਦੇਵ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਜੀ ਵਿਖੇ ਗੁਰ ਇਤਿਹਾਸ ਦੀ ਸ਼ਹੀਦੀ ਪ੍ਰਸੰਗਾਂ ਦੀ ਕਥਾ ਪਰਾ ਆਰੰਭ ਹੈ। ਪਿਛਲੇ ਸਮੇਂ ਦੌਰਾਨ ਆਪ ਜੀ ਨੇ ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਸਰਵਣ ਕੀਤਾ ਧੰਨ ਦੀਨ ਦੁਨੀ ਦੇ ਮਾਲਕ
ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਲਾਹੌਰ ਦੀ ਧਰਤੀ ਤੇ ਭਾਈ ਸਾਧੂ ਜੀ ਦੇ ਘਰ ਦੇ ਵਿੱਚ ਸਤਿਗੁਰੂ ਜੀ ਨੇ ਗੁਰਸਿੱਖਾਂ ਦੇ ਸਮੇਤ ਆਪਣੇ ਮੁਬਾਰਕ ਚਰਨ ਪਾਏ। ਭਾਈ ਸਾਧੂ ਜੀ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਘਟ ਘਟ ਕੀ ਨਿਤ ਅੰਤਰ ਜਾਮੀ, ਦਾਸ ਕਾਮਨਾ ਪੁਰੋ ਸੁਆਮੀ। ਮਹਾਰਾਜ ਤੁਸੀਂ ਦਿਲਾਂ ਦੀਆਂ ਜਾਣਨ ਵਾਲੇ ਹੋ। ਲਾਹੌਰ ਦੇ ਵਿੱਚ ਬਹੁਤ ਸਾਰੇ ਲੋਕ ਵਸਦੇ ਹਨ, ਬਹੁਤ ਸਾਰੇ ਘਰ ਹਨ, ਪਰ ਤੁਸੀਂ ਸਾਡੇ ਪ੍ਰੇਮ ਨੂੰ ਦੇਖ ਕੇ, ਭਾਵਨਾ ਨੂੰ ਦੇਖ ਕੇ ਸਾਡੇ ਘਰ ਦੇ ਵਿੱਚ ਆਪ ਜੀ ਨੇ ਕਿਰਪਾ ਕਰਕੇ ਆਪਣੇ ਮੁਬਾਰਕ ਚਰਨ ਪਾਏ। ਇਹਨਾਂ ਨੇ ਬੜੀ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਧੋਤੇ, ਆਪਣੇ ਮੁਖ ਦੇ ਵਿੱਚ ਚਰਨਾਮ੍ਰਿਤ ਪਾਇਆ, ਪਰਿਵਾਰ ਨੂੰ ਛਕਾਇਆ, ਵਿਹੜੇ ਦੇ ਵਿੱਚ ਛਿੜਕਿਆ। ਜੋ ਨਾਲ 5 ਗੁਰਸਿੱਖ ਗਏ ਸਨ, ਉਹਨਾਂ ਦੀ ਵੀ ਬੜੀ ਸ਼ਰਧਾ ਭਾਵਨਾ ਦੇ ਨਾਲ ਇਹਨਾਂ ਪਤੀ ਸਤੀ ਪਰਿਵਾਰ ਨੇ ਸੇਵਾ ਕੀਤੀ। ਲੰਗਰ ਪ੍ਰਸ਼ਾਦ ਬੜੇ ਪਿਆਰ ਦੇ ਨਾਲ ਆਪ ਤਿਆਰ ਕਰਕੇ ਆਪ ਛਕਾਉਣਾ ਕੀਤਾ, ਆਪਣੇ ਹੱਥੀਂ ਸੇਵਾ ਕੀਤੀ। ਬੇਨਤੀ ਕੀਤੀ ਕਿ ਮਹਾਰਾਜ ਇਹ ਆਪ ਜੀ ਦਾ ਮੁੱਢ ਕਦੀਮਾਂ ਦਾ ਸੁਭਾਅ ਹੈ, ਆਪ ਜੀ ਪ੍ਰੇਮ ਦੇਖਦੇ ਹੋ, ਭਾਵਨਾ ਦੇਖਦੇ ਹੋ। ਇਸ ਤਰ੍ਹਾਂ ਭਾਈ ਸਾਧੂ ਜੀ ਦੇ ਘਰ ਦੇ ਵਿੱਚ ਹੀ ਭਾਈ ਅਰਥਮਲ ਜੀ ਬਾਬਾ ਜੀ ਜੋ ਸਨ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪੋਤਰੇ, ਬਾਬਾ ਮੋਹਰੀ ਜੀ ਦੇ ਪੁੱਤਰ, ਉਹ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਲਾਹੌਰ ਵਿਖੇ ਪਹੁੰਚੇ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਖੰਡਾਂ ਬ੍ਰਹਮੰਡਾਂ ਦੇ ਮਾਲਕ ਹੋ, ਤੁਸੀਂ ਇਹੋ ਜਿਹਾ ਭਾਣਾ ਕਿਉਂ ਵਰਤਾ ਰਹੇ ਹੋ? ਕਿਰਪਾ ਕਰਕੇ ਤੁਸੀਂ ਆਪਣੇ ਸਰੀਰ ਨੂੰ ਰੱਖਣਾ ਕਰੋ। ਤੁਹਾਡੇ ਸਰੀਰ ਦੇ ਰਹਿਣ ਦੇ ਨਾਲ ਅਨੇਕਾਂ ਜੀਵਾਂ ਦਾ ਭਲਾ ਹੋਵੇਗਾ। ਮੇਰਾ ਸਰੀਰ ਹਾਜ਼ਰ ਹੈ, ਕਿਰਪਾ ਕਰਕੇ ਮੈਨੂੰ ਇਹ ਸੇਵਾ ਦੇ ਦਿਓ। ਮੈਂ ਆਪਣਾ ਸਰੀਰ ਤਿਆਗ ਦੇਣਾ ਹਾਂ, ਆਪ ਜੀ ਆਪਣਾ ਸਰੀਰ ਰੱਖਣਾ ਕਰੋ। ਮਹਾਰਾਜ ਆਖਣ ਲੱਗੇ, ਬਾਬਾ ਅਰਥਮਲ ਜੀ, ਤੁਹਾਡੀ ਉਮਰ 40 ਦਿਨ ਅਜੇ ਬਾਕੀ ਹੈ, ਔਰ ਇਸੇ ਪ੍ਰਕਾਰ ਹੀ ਤੁਸੀਂ ਸੁਖੇਨ ਹੀ 40 ਦਿਨਾਂ ਤੋਂ ਬਾਅਦ ਆਪਣਾ ਤਨ ਤਿਆਗ ਕੇ, ਸਰੀਰ ਨੂੰ ਤਿਆਗ ਕੇ ਸਾਡੇ ਕੋਲ ਪਹੁੰਚੋਗੇ, ਸੱਚਖੰਡ ਪਿਆਨਾ ਕਰੋਗੇ। ਇਹ ਜੋ ਸ਼ਹਾਦਤ ਹੈ, ਇਹ ਅਸੀਂ ਜ਼ਰੂਰ ਦੇਣੀ ਹੈ। ਇਹਦੇ ਨਾਲ ਬਹੁਤ ਭਾਰੀ ਕੌਮ ਦੇ ਵਿੱਚ, ਧਰਮ ਦੇ ਵਿੱਚ, ਦੇਸ਼ ਦੇ ਵਿੱਚ ਕ੍ਰਾਂਤੀ ਆਵੇਗੀ। ਵਿਦਵਾਨਾਂ ਦੇ ਬਚਨ ਹਨ, ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪਰ ਉਤਰਨ ਜਦ, ਤਸਵੀਰ ਬਦਲਦੀ ਕੌਮਾਂ ਦੀ। ਜਦ ਕੋਈ ਭੀੜ ਬਣਦੀ ਹੈ, ਉਸ ਵਕਤ ਫਿਰ ਜਣੇ ਖਣੇ ਦੇ ਅੱਗੇ ਆਉਣ ਦੇ ਨਾਲ ਗੱਲ ਨਹੀਂ ਬਣਦੀ ਹੈ। ਉਸ ਵਕਤ ਜਦ ਕਿਸੇ ਪਵਿੱਤਰ ਆਤਮਾ ਦਾ ਖੂਨ ਡੁੱਲਦਾ ਹੈ, ਫਿਰ ਕੌਮਾਂ ਦੀਆਂ ਤਕਦੀਰਾਂ ਬਦਲਦੀਆਂ ਹਨ।
ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਸੱਧੂ ਜੀ ਕਾਜੀ ਦੇ ਘਰ ਦੇ ਵਿੱਚ ਵਿਰਾਜਮਾਨ ਹਨ। ਭਾਈ ਸੱਧੂ ਜੀ ਬੜੇ ਪਿਆਰ ਦੇ ਨਾਲ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੈ, ਸੇਵਾ ਕਰ ਰਿਹਾ ਹੈ, ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰ ਰਿਹਾ ਹੈ। ਇੱਥੋਂ ਤੱਕ ਆਪ ਜੀ ਨੇ ਕੱਲ੍ਹ ਦੇ ਸਮੇਂ ਦੇ ਵਿੱਚ ਸਰਵਣ ਕੀਤਾ। ਇਸ ਤੋਂ ਅੱਗੇ ਜਿਵੇਂ ਜਿਵੇਂ ਪ੍ਰਸੰਗ ਆ ਰਹੇ ਹਨ, ਪਿਆਰ ਸ਼ਰਧਾ ਭਾਵਨਾ ਦੇ ਨਾਲ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਇੱਕ ਵਾਰੀ ਸਾਰੀ ਸੰਗਤ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਿੱਖ ਸੰਗਤ ਲਵ ਪੁਰੀ ਕੇ ਸਕਲ ਦਰਸ ਕੋ ਆਏ। ਸਾਧ ਸੰਗਤ ਜੀ ਸਹਿਜੇ ਸਹਿਜੇ ਲਾਹੌਰ ਦੀਆਂ ਸੰਗਤਾਂ ਨੂੰ ਪਤਾ ਚੱਲਿਆ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ ਆਪ ਅਕਾਲ ਪੁਰਖ ਦੇ ਪ੍ਰਤੱਖ ਸਰੂਪ ਅਨੇਕਾਂ ਸੇਵਾਵਾਂ ਕਰਨ ਵਾਲੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਲਾਹੌਰ ਦੀ ਧਰਤੀ ਦੇ ਉੱਪਰ ਆਏ ਹੋਏ ਹਨ। ਵਹਿਰ ਦੂਰ ਕੇ ਸੁਨਤ ਇਤ ਆਨ ਭਈ ਸਮੁਦਾਏ। ਲਾਹੌਰ ਦੀਆਂ ਬਹੁਤ ਸਾਰੀਆਂ ਸੰਗਤਾਂ ਦੂਰ ਦਰੇਡਿਆਂ ਤੋਂ ਨੇੜੇ ਵਾਲੀਆਂ ਦੂਰ ਵਾਲੀਆਂ ਸੰਗਤਾਂ ਇਕੱਠੇ ਹੋ ਕੇ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਭਾਈ ਸੱਧੂ ਜੀ ਦੇ ਘਰ ਦੇ ਵਿੱਚ ਪਹੁੰਚ ਰਹੇ ਹਨ, ਕਿਉਂਕਿ ਪਿਆਰ ਨਾਲ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਨ ਦਾ ਵੀ ਬਹੁਤ ਭਾਰੀ ਫਲ ਹੈ। ਮਾਈ ਚਰਨ ਗੁਰ ਮੀਠੇ ਵੱਡੇ ਭਾਗ ਦੇਵੈ ਪਰਮੇਸ਼ਰ ਕੋਟ ਫਲ ਦਰਸ਼ਨ ਗੁਰ ਡੀਠੇ। ਸਤਿਗੁਰਾਂ ਦਾ ਦਰਸ਼ਨ ਦੀਦਾਰ ਕਰਨ ਦੇ ਨਾਲ ਕਰੋੜਾਂ ਫਲ ਝੋਲੀ ਦੇ ਵਿੱਚ ਪੈਂਦੇ ਹਨ। ਇਸ ਕਰਕੇ ਬਹੁਤ ਸਾਰੀਆਂ ਸੰਗਤਾਂ ਇਕੱਤਰ ਹੋ ਕੇ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਦੀਆਂ ਹਨ। ਸਵਈਆ ਛੰਦ ਆਨ ਉਪਾਇਨ ਅਰਪਹਿ ਦਰਸ ਹੈ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰ ਹੁੰਦੇ ਹਨ, ਆਪੋ ਆਪਣੀ ਵਿੱਤ ਦੇ ਹਿਸਾਬ ਦੇ ਨਾਲ। ਪਾਤਸ਼ਾਹ ਜੀ ਦੇ ਬਚਨ ਹਨ, ਜੈਸਾ ਵਿੱਤ ਤੈਸਾ ਹੋਏ ਵਰਤੈ, ਆਪਣਾ ਬਲ ਨਹੀਂ ਹਾਰੈ। ਆਪਣੀ ਕਿਰਤ ਕਮਾਈ ਨੂੰ ਸਫਲ ਕਰਦਿਆਂ ਹੋਇਆਂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਭੇਟਾ ਰੱਖ ਕੇ ਮੱਥਾ ਟੇਕਦੇ ਹਨ, ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਦੇ ਹਨ। ਵੱਡੇ ਭਾਗ ਸੁਨ ਸੁਨ ਉਪਦੇਸ਼। ਔਰ ਜਿਸ ਵਕਤ ਸਤਿਗੁਰੂ ਜੀ ਦੇ ਮੁਖਾਰ ਬਿੰਦ ਤੋਂ ਪਵਿੱਤਰ ਉਪਦੇਸ਼ ਸਰਵਣ ਕਰਦੇ ਹਨ, ਸਤਿਗੁਰਾਂ ਦਾ ਉਪਦੇਸ਼ ਸਰਵਣ ਕਰਕੇ ਵੱਡੇ ਭਾਗਾਂ ਵਾਲੇ ਬਣ ਰਹੇ ਹਨ। ਭਾਗ ਵੱਡੇ ਹੋ ਰਹੇ ਹਨ, ਉੱਤਮ ਹੋ ਰਹੇ ਹਨ। ਸਤਨਾਮ ਕੀ ਉਰ ਲਿਵ ਲੱਗ ਹੈ। ਔਰ ਕਈ ਐਸੇ ਗੁਰਮੁਖ ਹਨ ਜਿਹੜੇ ਦਰਸ਼ਨ ਕਰਕੇ ਉਪਦੇਸ਼ ਸਰਵਣ ਕਰਕੇ ਜਿਨ੍ਹਾਂ ਦੇ ਸਵਾਸ ਸਵਾਸ ਦੇ ਵਿੱਚ ਸਿਮਰਨ ਚੱਲ ਪੈਂਦਾ ਹੈ, ਜਿਨ੍ਹਾਂ ਦੇ ਰੋਮ ਰੋਮ ਦੇ ਵਿੱਚ ਸਿਮਰਨ ਚੱਲ ਪੈਂਦਾ ਹੈ। ਅੰਦਰ ਇੱਕ ਰਸ ਸਿਮਰਨ ਦੀ ਜਿਹੜੀ ਰੌਂ ਹੈ ਉਹ ਕਈ ਪ੍ਰੇਮੀ ਗੁਰਸਿੱਖਾਂ ਦੇ ਅੰਦਰ ਚੱਲ ਪੈਂਦੀ ਹੈ। ਜਨਮ ਜਨਮ ਕੇ ਕਟਹਿ ਕਲੇਸ਼। ਔਰ ਜਨਮ ਜਨਮਾਤਰਾਂ ਦੀ ਜਿਹੜੀ ਅੰਦਰ ਮੈਲ ਲੱਗੀ ਹੋਈ ਹੈ ਉਹ ਸਿਮਰਨ ਦੀ ਬਰਕਤ ਦੇ ਨਾਲ ਕੱਟੀ ਜਾ ਰਹੀ ਹੈ। ਸੁਖ ਅਤੋਲ ਕੋ ਪਾਏ ਨਾ ਡੋਲਹਿ। ਐਸਾ ਅਤੋਲਕ ਸੁਖ ਪ੍ਰਾਪਤ ਹੋ ਰਿਹਾ ਹੈ ਜਿਸ ਦੇ ਨਾਲ ਜੀਵਨ ਦੇ ਵਿੱਚ ਟਿਕਾਊ ਆ ਰਿਹਾ ਹੈ। ਕਈ ਐਸੇ ਪ੍ਰੇਮੀ ਗੁਰਸਿੱਖ ਹਨ ਜਿਹੜਿਆਂ ਦੇ ਜੀਵਨ ਦੇ ਵਿੱਚ ਸਦੀਵ ਕਾਲ ਵਾਸਤੇ ਟਿਕਾਊ ਆ ਗਿਆ।
ਉਂਝ ਜਿਸ ਤਰ੍ਹਾਂ ਉਤਰਾ ਚੜਾ ਚੱਲਦੇ ਰਹਿੰਦੇ ਹਨ, ਕਬਹੂ ਜੀਉੜਾ ਊਬ ਚੜ੍ਹਤ ਹੈ, ਕਬਹੂ ਜਾਏ ਭਿਆਲੇ। ਕਦੇ ਬੜੀਆਂ ਵੱਡੀਆਂ ਗੱਲਾਂ ਕਰਦਾ ਹੈ, ਕਦੇ ਬਿਰਤੀ ਬੜੀ ਨੀਵੀਂ ਚਲੇ ਜਾਂਦੀ ਹੈ। ਜਿਸ ਤਰ੍ਹਾਂ ਧਰਤੀ ਦੇ ਉੱਪਰੋਂ ਕੋਈ ਵਸਤੂ ਨੂੰ ਉੱਪਰ ਸੁੱਟੀਏ, ਧਰਤੀ ਦੀ ਜਿਹੜੀ ਖਿੱਚ ਹੈ ਉਹਨੂੰ ਆਪਣੇ ਵੱਲ ਲੈ ਆਉਂਦੀ ਹੈ। ਜਦ ਉਹ ਵਸਤੂ ਉੱਪਰਲੀ ਹਵਾ ਦੇ ਵਿੱਚ ਚਲੇ ਜਾਵੇ, ਫਿਰ ਧਰਤੀ ਦੀ ਖਿੱਚ ਖਤਮ ਹੋ ਜਾਂਦੀ ਹੈ। ਇਸ ਤਰ੍ਹਾਂ ਕਈ ਐਸੇ ਪ੍ਰੇਮੀ ਹਨ, ਮਹਾਰਾਜ ਦਾ ਦਰਸ਼ਨ ਦੀਦਾਰ ਕਰਕੇ, ਮਹਾਰਾਜ ਦੇ ਕੋਲੋਂ ਉਪਦੇਸ਼ ਸ਼ਰਵਣ ਕਰਕੇ ਸਦਾ ਵਾਸਤੇ ਜੀਵਨ ਦੇ ਵਿੱਚ ਟਿਕਾਅ ਬਣ ਰਿਹਾ ਹੈ। ਅੰਤਰ ਮਨ ਕੇ ਥਿਰੇ ਵਿਸ਼ੇਸ਼, ਐਸੇ ਗੁਰਮੁਖਾਂ ਦੀ ਜੋ ਬਿਰਤੀ ਹੈ ਅੰਤਰਮੁਖ ਹੋ ਰਹੀ ਹੈ। ਸਦਾ ਵਾਸਤੇ ਵੀ ਅੰਤਰਮੁਖੀ ਬਿਰਤੀ ਜਿਹੜੀ ਉਹਦੇ ਵਿੱਚ ਟਿਕ ਜਾਂਦੇ ਹਨ। ਧੰਨ ਧੰਨ ਸ੍ਰੀ ਅਰਜਨ ਸਤਿਗੁਰ, ਧੰਨ ਹਨ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ। ਪ੍ਰਭ ਅਵਤਾਰ ਭਗਤ ਕੇ ਬੇਸ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਰੂਪ ਦੇ ਵਿੱਚ ਪਰਮੇਸ਼ਰ ਨੇ ਆਪ ਹੀ ਅਵਤਾਰ ਧਾਰਨ ਕੀਤਾ ਹੈ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਦੂਸਰਾ ਕਹਿੰਦੇ ਭਗਤੀ ਨਹੀਂ ਮਾਨੋ ਆਪਣਾ ਸਰੂਪ ਧਾਰਨ ਕੀਤਾ ਹੈ। ਸਿੱਖਨ ਕੋ ਸਮੁਦਾਇ ਭਇਓ ਬਹੋ, ਬਹੁਤ ਸਾਰੇ ਗੁਰਸਿੱਖਾਂ ਦਾ ਭਾਈ ਸਾਧੂ ਜੀ ਦੇ ਘਰ ਦੇ ਵਿੱਚ ਇਕੱਠ ਹੋ ਗਿਆ। ਸਤ ਸੰਗਤ ਮਿਲ ਕਰਹਿ ਆਨੰਦ, ਸਤ ਸੰਗਤ ਕਰਕੇ ਜਿਹੜੇ ਗੁਰਸਿੱਖ ਹਨ ਬਹੁਤ ਆਨੰਦਿਤ ਹੋ ਰਹੇ ਹਨ। ਕਿਉਂਕਿ ਕਹਿੰਦੇ ਜਿਹੜੇ ਦੋ ਸੁੱਖ ਹਨ ਨਾ, ਉਹਨਾਂ ਨੂੰ ਰਸਨਾ ਦੇ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ ਹੈ। ਹਰਿ ਸਿਉ ਜਾਏ ਮਿਲਣਾ, ਸਾਧ ਸੰਗ ਰਹਿਣਾ, ਸੋ ਸੁਖ ਅੰਕ ਨ ਮਾਵੈ। ਇੱਕ ਤਾਂ ਮਹਾਂਪੁਰਸ਼ਾਂ ਗੁਰਮੁਖਾਂ ਦਾ ਪ੍ਰਭੂ ਦੇ ਨਾਲ ਆਪਣਾ ਧਿਆਨ ਜੋੜ ਲੈਣਾ, ਸੁਰਤ ਜੋੜ ਲੈਣਾ, ਉਹ ਸੁਖ ਨਹੀਂ ਬਿਆਨ ਕੀਤਾ ਜਾ ਸਕਦਾ ਹੈ। ਸਮਾਧੀ ਦੇ ਸੁੱਖ ਨੂੰ ਕੌਣ ਬਿਆਨ ਕਰ ਸਕਦਾ ਹੈ? ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ। ਦੂਸਰਾ ਜਿਹੜਾ ਆਪ ਜੀ ਇਸ ਤਰ੍ਹਾਂ ਸੰਗਤ ਕਰ ਰਹੇ ਹੋ ਨਾ, ਸੰਗਤ ਦੇ ਵਿੱਚ ਬੰਦੇ ਨੂੰ ਕਿੰਨਾ ਕੁ ਸਕੂਨ ਮਿਲਦਾ ਹੈ, ਕਿੰਨੀ ਕੁ ਸੰਤੁਸ਼ਟੀ ਮਿਲਦੀ ਹੈ। ਨਹੀਂ ਦਦਸਾਰ ਪਿਤਾ ਪਿਤਾਮਾ ਪਰ ਪਿਤਾਮਾ, ਸੱਜਣ ਕੁਟੰਬ ਸੁਤ ਬਾਂਧਵ ਨਾ ਭਰਾਤਾ ਹੈ। ਅਸਨ ਬਸਨ ਧਨ ਧਾਮ ਕਾਹੂ ਮੈਂ ਨਾ ਦੇਖਿਓ, ਜੈਸਾ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ। ਭੈਣਾਂ ਭਰਾਵਾਂ ਵਿੱਚ ਬਹਿ ਜਾਓ, ਰਿਸ਼ਤੇਦਾਰਾਂ ਵਿੱਚ ਬਹਿ ਜਾਓ, ਸੱਜਣਾ ਮਿੱਤਰਾਂ ਦੇ ਵਿੱਚ ਬੈਠ ਜਾਓ, ਉਹ ਸੰਤੁਸ਼ਟੀ ਨਹੀਂ ਮਿਲਦੀ ਜਿਹੜੀ ਸੰਗਤ ਦੇ ਵਿੱਚ ਬੈਠ ਕੇ ਮਿਲਦੀ ਹੈ। ਕਿਉਂਕਿ ਸੰਸਾਰ ਦੇ ਲੋਕਾਂ ਦਾ ਸੰਬੰਧ ਸਵਾਰਥ ਦਾ ਸੰਬੰਧ ਹੁੰਦਾ ਹੈ, ਪਰ ਸੰਗਤ ਦੇ ਵਿੱਚ ਜਿਹੜਾ ਜੁੜਨਾ ਹੈ ਪਰਮਾਰਥ ਦਾ ਸੰਬੰਧ ਹੈ। ਸੰਗਤਾਂ ਆਪਸ ਦੇ ਵਿੱਚ ਮਿਲ ਜੁਲ ਕਰਕੇ ਬਹੁਤ ਆਨੰਦਿਤ ਹੋ ਰਹੀਆਂ ਹਨ। ਇਕ ਆਵਤ ਇਕ ਜਾਤ ਚੱਲੇ ਨਰ, ਕਈ ਗੁਰਮੁਖ ਪਿਆਰੇ ਮਹਾਰਾਜ ਦੇ ਚਰਨਾਂ ਦੇ ਵਿੱਚ ਆ ਰਹੇ ਹਨ, ਹਾਜ਼ਰ ਹੋ ਰਹੇ ਹਨ। ਕਈ ਦਰਸ਼ਨ ਦੀਦਾਰ ਕਰਕੇ ਵਾਪਸ ਘਰਾਂ ਨੂੰ ਜਾ ਰਹੇ ਹਨ। ਏਕ ਨਿਕਟ ਰਹਿ ਕੁਮੰਦ ਨਿਕੰਦ, ਔਰ ਕਈ ਐਸੇ ਪ੍ਰੇਮੀ ਹਨ ਜਿਹੜੇ ਕਹਿੰਦੇ ਵੀ ਕੁਝ ਸਮਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪਾਂ ਰਹਿ ਕੇ ਦਰਸ਼ਨ ਦੀਦਾਰਿਆਂ ਦਾ ਆਨੰਦ ਮਾਣੀਏ। ਮਹਾਰਾਜ ਦੇ ਚਰਨਾਂ ਦੇ ਵਿੱਚ ਰਹਿ ਕੇ ਖੋਟੀ ਮੱਤ ਦਾ ਨਾਸ਼ ਕਰ ਲਈਏ। ਗਾਏ ਰਬਾਬੀ ਬੜੀ ਰਾਤ ਤੇ, ਜੋ ਰਬਾਬੀ ਕੀਰਤਨੀਏ ਸਿੰਘ ਹਨ, ਪਹਿਰ ਰਾਤ ਰਹਿੰਦੀ ਅੰਮ੍ਰਿਤ ਵੇਲੇ ਮਹਾਰਾਜ ਦੇ ਚਰਨਾਂ ਦੇ ਵਿੱਚ
ਕੀਰਤਨ ਦੀ ਧੁਨਾਂ ਜਿਹੜੀਆਂ ਹਨ ਉਹ ਛੇੜਦੇ ਹਨ। ਸੁਨੇ ਸਿੱਖ ਔਰ ਪ੍ਰੇਮ ਬਿਲੰਦ, ਜਿਹੜੇ ਗੁਰਸਿੱਖ ਹਨ ਬੜੇ ਪਿਆਰ ਦੇ ਨਾਲ ਗੁਰਬਾਣੀ ਕੀਰਤਨ ਸਰਵਣ ਕਰਦੇ ਹਨ, ਕਿਉਂਕਿ ਬਾਕੀ ਸੰਸਾਰ ਦੇ ਸਾਰੇ ਜਿਤਨੇ ਵੀ ਮਹਾਨ ਹੀਰੇ ਜਵਾਹਰਾਤ ਹਨ ਉਹਨਾਂ ਦੀ ਕੀਮਤ ਪੈ ਜਾਂਦੀ ਹੈ, ਪਰ ਕੀਰਤਨ ਨਿਰਮੋਲਕ ਹੀਰਾ, ਇਹਦਾ ਕੋਈ ਮੁੱਲ ਹੀ ਨਹੀਂ ਪੈ ਸਕਦਾ ਹੈ। ਇਸ ਤਰ੍ਹਾਂ ਐਸਾ ਕੀਰਤਨ ਜੋ ਹੈ ਗੁਰਮੁਖ ਪਿਆਰੇ ਸਰਵਣ ਕਰਦੇ ਹਨ। ਬਾਣੀ ਪਠੇ ਕੰਠ ਕੋ ਧਰ ਹੈ, ਕਈ ਐਸੇ ਪ੍ਰੇਮੀ ਜਿਹੜੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬਾਣੀ ਦਾ ਅਭਿਆਸ ਕਰਦੇ ਹਨ, ਰਸਨਾ ਦੇ ਨਾਲ ਬਾਣੀ ਪੜ੍ਹਦੇ ਹਨ। ਕਈ ਪ੍ਰੇਮੀ ਐਸੇ ਹਨ ਜਿਹੜੇ ਬਾਣੀ ਨੂੰ ਕੰਠ ਕਰ ਰਹੇ ਹਨ, ਜ਼ਬਾਨੀ ਯਾਦ ਕਰ ਰਹੇ ਹਨ। ਸਤਨਾਮ ਜਸ ਉਜਲ ਚੰਦ, ਔਰ ਕਈ ਐਸੇ ਪ੍ਰੇਮੀ ਗੁਰਮੁਖ ਗੁਰਸਿੱਖ ਹਨ ਜਿਹੜੇ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਵਾਹਿਗੁਰੂ ਸਿਮਰਨ ਦਾ ਅਭਿਆਸ ਕਰ ਰਹੇ ਹਨ। ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ। ਮਿਟੇ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੁਆ ਜੀਜੈ। ਪ੍ਰੇਮੀ ਨਾਮ ਸਿਮਰਨ ਕਰ ਰਹੇ ਹਨ। ਇੱਕ ਦਿਨ ਸਤਿਗੁਰ ਚੜ ਕਰ ਖਾਸੇ, ਇੱਕ ਦਿਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਖਾਸੇ ਦੇ ਉੱਪਰ ਸਵਾਰ ਹੋ ਕੇ ਵਹਿਰ ਚੱਲੇ ਰਾਵੀ ਕੇ ਤੀਰ, ਬਾਹਰ ਚੱਲੇ ਹਨ, ਰਾਵੀ ਨਦੀ ਦੇ ਕਿਨਾਰੇ ਕਿਨਾਰੇ ਤੇ ਜਾ ਰਹੇ ਹਨ। ਨਿੰਦਕ ਚੰਦੂ ਮਿਲਿਓ ਅਗਾਰੀ, ਜਿਹੜਾ ਗੁਰੂ ਘਰ ਦੀ ਨਿੰਦਾ ਕਰਨ ਵਾਲਾ ਚੰਦੂ ਸੀ ਪਾਪੀ, ਉਹ ਅੱਗੋਂ ਮਿਲਣਾ ਕੀਤਾ। ਦੇਖੀ ਸੰਗ ਨਰਨ ਗਨ ਭੀਰ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਬਹੁਤ ਸਾਰੀਆਂ ਸਿੱਖ ਸੰਗਤਾਂ ਦੀ ਭੀੜ, ਸੰਗਤਾਂ ਦਾ ਇਕੱਠ ਇਸ ਨੇ ਦੇਖਣਾ ਕੀਤਾ। ਬੂਝਨ ਕਰਿਓ ਕੌਣ ਇਹ ਗਮਨਤ, ਪੁੱਛਦਾ ਹੈ ਆਪਣੇ ਸਾਥੀ ਦੇ ਕੋਲੋਂ ਵੀ ਇਹ ਕੌਣ ਜਾ ਰਹੇ ਹਨ। ਕਾਮਦਾਰ ਉਮਰਾਵ ਅਮੀਰ, ਕੋਈ ਅਮੀਰ ਹੈ, ਕੋਈ ਵਜ਼ੀਰ ਹੈ, ਕੋਈ ਮੰਤਰੀ ਹੈ, ਇਹ ਕੌਣ ਜਾ ਰਹੇ ਹਨ। ਮਾਨਵ ਸੰਗ ਅਨੇਕ ਚਲਤ ਹੈ, ਬਹੁਤ ਸਾਰੇ ਮਨੁੱਖ ਇਹਨਾਂ ਦੇ ਨਾਲ ਚੱਲ ਰਹੇ ਹਨ, ਕਿਉਂਕਿ ਇਸ ਨੂੰ ਪਤਾ ਨਹੀਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਰਾਜਿਆਂ ਦੇ ਮਹਾਰਾਜੇ ਹਨ। ਸਤਿਗੁਰੂ ਜੀ ਬਾਦਸ਼ਾਹੀਆਂ ਬਖਸ਼ਣ ਵਾਲੇ ਹਨ। ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ, ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈਐ। ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਸੰਸਾਰ ਦੇ ਰਾਜਿਆਂ ਦਾ 4 ਦਿਨ ਦਾ ਦਿਖਾਵਾ ਹੁੰਦਾ ਹੈ, ਫਿਰ ਸਾਰਾ ਕੁਝ ਖਤਮ ਹੋ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਰਾਜ ਸਦੀਵ ਕਾਲ ਦਾ ਰਾਜ ਹੈ, ਸਦਾ ਕਾਇਮ ਰਹਿਣ ਵਾਲਾ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸ਼ਾਹ ਪਾਤਸ਼ਾਹ ਨਿਹਚਲ ਚੌਰ ਛੱਤ। ਸਦਾ ਵਾਸਤੇ ਚੌਰ ਝੁਲਦੇ ਰਹਿੰਦੇ ਹਨ। ਆਗੇ ਪਾਛੇ ਬਹੁਤ ਬਹੀਰ, ਅੱਗੇ ਪਿੱਛੇ ਬਹੁਤ ਸਾਰੇ ਲੋਕ ਸੰਗਤਾਂ ਹਨ। ਪਾਤਸ਼ਾਹ ਕੋ ਹੋਏ ਸਮੀਪੀ ਕੈ, ਜਾਂ ਫਿਰ ਕੋਈ ਪਾਤਸ਼ਾਹ ਦਾ ਇਹ ਨੇੜੇ ਵਾਲਾ ਵਿਅਕਤੀ ਹੋਵੇਗਾ। ਚੰਦੂ ਆਖਦਾ ਹੈ ਚਾਕਰ ਹੋਏ ਅਲਪ ਵਿਸਾਲ, ਜਾਂ ਫਿਰ ਕੋਈ ਕਹਿੰਦੇ ਛੋਟਾ ਮੋਟਾ, ਵੱਡਾ ਛੋਟਾ, ਕੋਈ ਚਾਕਰ ਨੌਕਰ ਹੋਵੇਗਾ। ਸੋ ਮੁਝ ਨਮੋ ਕਰਤ ਮਿਲ ਗਮਨਤ, ਇਸ ਤਰ੍ਹਾਂ ਸੋ ਮੁਝ ਨਮੋ ਕਰਤ ਮਿਲ ਗਮਨਤ। ਜੇਕਰ ਕੋਈ ਬਾਦਸ਼ਾਹ ਦੇ ਨੇੜੇ ਵਾਲਾ ਬੰਦਾ ਹੁੰਦਾ ਤਾਂ ਸਭ ਤੋਂ ਵੱਡਾ ਵਜ਼ੀਰ ਤਾਂ ਮੈਂ ਹੀ ਹਾਂ।
ਮੈਨੂੰ ਅੱਗੇ ਹੋ ਕੇ ਉਸਨੇ ਜ਼ਰੂਰ ਮਿਲਣਾ ਸੀ। ਮਾਨੈ ਆਨ ਉਲੰਘ ਤਤਕਾਲ, ਝਾਟੀ ਲੰਘ ਕੇ ਮੇਰੇ ਕੋਲ ਉਸਨੇ ਆਉਣਾ ਸੀ। ਸੁਨ ਦੌਰਿਓ ਇੱਕ ਨਰ ਸਿੱਖ ਬੂਝੇ, ਸੁਣ ਕੇ ਦੌੜਨਾ ਕੀਤਾ ਇੱਕ ਮਨੁੱਖ ਨੇ, ਜਾ ਕੇ ਇੱਕ ਗੁਰਸਿੱਖ ਨੂੰ ਪੁੱਛਣਾ ਕੀਤਾ। ਕੋ ਇਹ ਜਾਤ ਬ੍ਰਿੰਦ ਨਰ ਨਾਲ, ਇਹ ਕੌਣ ਜਾ ਰਹੇ ਹਨ ਜਿਨ੍ਹਾਂ ਦੇ ਨਾਲ ਇਤਨੇ ਲੋਕ ਹਨ? ਥਿਰ ਹੋਏ ਕਰਿਓ ਬਤਾਵਨ ਤਿਸਨੇ, ਗੁਰਸਿੱਖ ਨੇ ਖੜ ਕੇ ਚੰਗੀ ਤਰ੍ਹਾਂ ਦੇ ਨਾਲ ਸਮਝਾਉਣਾ ਕੀਤਾ। ਸ੍ਰੀ ਅਰਜਨ ਸਤਿਗੁਰੂ ਕਿਰਪਾਲ, ਇਹ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾਲੂ ਸਤਿਗੁਰੂ ਹਨ। ਆਨ ਬਤਾਇਓ ਚੰਦੂ ਕੋ ਤਿਨ, ਉਸ ਨੇ ਆ ਕੇ ਚੰਦੂ ਨੂੰ ਦੱਸਣਾ ਕੀਤਾ। ਸੁਨਤ ਜਰਿਓ ਮਨ ਮਹਿ ਦੁਖ ਪਾਏ, ਉਸ ਨੇ ਦੇਖ ਸੁਣ ਕਰਕੇ ਬਹੁਤ ਭਾਰੀ ਜਲਨਾ ਕੀਤਾ, ਜੈਲਸ ਕੀਤੀ, ਈਰਖਾ ਕੀਤੀ ਵੀ ਮੈਂ ਏਡਾ ਵੱਡਾ ਵਜ਼ੀਰ, ਇੰਨੇ ਬੰਦੇ ਤਾਂ ਮੇਰੇ ਨਾਲ ਵੀ ਨਹੀਂ ਹਨ, ਇਹਨਾਂ ਦੇ ਨਾਲ ਅਨੇਕਾਂ ਹੀ ਲੋਕ ਹਨ, ਸਿੱਖ ਸੰਗਤਾਂ ਹਨ। ਮਾਮਰ ਪਟ ਫਿਰੇ ਦਿਖਾਏ ਪ੍ਰਤਾਪੂ, ਇਹ ਮੇਰੇ ਦੁਸ਼ਮਣ ਹਨ, ਆਪਣਾ ਬਹੁਤ ਭਾਰੀ ਤੇਜ ਪ੍ਰਤਾਪ ਵਿਖਾਲ ਰਹੇ ਹਨ। ਬਹੁਤੇ ਮਾਨਵ ਸੰਗ ਲਗਾਏ, ਬਹੁਤ ਸਾਰੇ ਮਨੁੱਖ ਇਹਨਾਂ ਦੇ ਨਾਲ ਹਨ। ਮੈਂ ਨਿਤ ਚਿੰਤਾ ਕੇ ਬਸ ਦੁਰਬਲ, ਮੈਂ ਨਿਤ ਹੀ ਚਿੰਤਾ ਦੇ ਕਾਰਨ ਦੁਰਬਲ ਹੋ ਰਿਹਾ ਹਾਂ। ਕਿਉਂਕਿ ਕਹਿੰਦੇ ਜਿਹੜਾ ਈਰਖਾਲੂ ਹੁੰਦਾ ਹੈ ਨਾ, ਉਹਨੂੰ ਆਪਣੇ ਦੁੱਖ ਦਾ ਇੰਨਾ ਦੁੱਖ ਨਹੀਂ ਹੁੰਦਾ ਜਿੰਨਾ ਦੂਸਰੇ ਦੇ ਸੁੱਖ ਦਾ ਦੁੱਖ ਹੁੰਦਾ ਹੈ। ਕਹਿੰਦਾ ਵੀ ਮੈਂ ਤਾਂ ਰੋਜ਼ ਚਿੰਤਾ ਦੇ ਵਿੱਚ ਵਸੀਕਾਰ ਹਾਂ। ਇਹ ਨਚਿੰਤ ਵਿਚਰਤ ਖਾਏ, ਇਹ ਤਾਂ ਨਿਸ਼ਚਿੰਤ ਹੋ ਕੇ ਵਿਚਰ ਰਹੇ ਹਨ। ਧਿਕ ਜੀਵਨ ਮਾਵਾ ਬੁੱਧ ਬਲ ਕੋ ਧਿਕ, ਮੇਰੇ ਜੀਵਨ ਵਾਸਤੇ ਤਿਰਕਾਰ ਹੈ, ਮੇਰੀ ਬੁੱਧੀ ਨੂੰ ਤਿਰਕਾਰ ਹੈ, ਮੇਰੇ ਬਲ ਨੂੰ ਤਿਰਕਾਰ ਹੈ। ਸਰੇ ਨ ਕੁਛ ਬਹੁ ਕਰੇ ਉਪਾਏ, ਬੜੀ ਕੋਸ਼ਿਸ਼ ਕੀਤੀ, ਕੋਈ ਕਿਸੇ ਵਿੱਚ ਮੈਂ ਕਾਮਯਾਬ ਨਹੀਂ ਹੋਇਆ ਹਾਂ। ਤੁਰਤ ਤੋਰ ਅਸਵਾਰੀ ਕੰਬਨਿਓ, ਤੁਰੰਤ ਹੀ ਆਪਣੀ ਸਵਾਰੀ ਨੂੰ ਤੋਰ ਕੇ ਚੱਲ ਪਿਆ। ਆਜ ਕਹੋ ਸੁਧ ਸ਼ਾਹੋ ਕੇ ਤੀਰ, ਅੱਜ ਜਾ ਕੇ ਮੈਂ ਸਾਰੀ ਗੱਲ ਜਿਹੜੀ ਹੈ ਬਾਦਸ਼ਾਹ ਦੇ ਕੋਲ ਦੱਸਾਂਗਾ। ਉਤਰਿਓ ਕਰਤ ਸਲਾਮ ਗਇਓ ਢਿਗ, ਜਾ ਕਰਕੇ ਬਾਦਸ਼ਾਹ ਦੇ ਕੋਲ ਜਹਾਂਗੀਰ ਨੂੰ ਜਾ ਕੇ ਸਲਾਮ ਕੀਤਾ। ਰਿਸਤੇ ਧਰੇ ਨ ਕਿਮ ਔਰ ਧੀਰ, ਇਸ ਤਰ੍ਹਾਂ ਬਹੁਤ ਗੁੱਸੇ ਦੇ ਵਿੱਚ ਕੰਬ ਰਿਹਾ ਹੈ, ਇਹਨੂੰ ਧੀਰਜ ਕੋਈ ਨਹੀਂ ਹੈ। ਕਹਿ ਪ੍ਰਸੰਗ ਕੁਝ ਹਜ਼ਰਤ ਕੋ ਤਬ, ਇਸ ਤਰ੍ਹਾਂ ਜਾ ਕੇ ਇਸਨੇ ਜਹਾਂਗੀਰ ਦੇ ਨਾਲ ਗੱਲ ਕੀਤੀ। ਨਿਜ ਦਿਸ਼ ਰੁਕ ਫੇਰਿਓ ਨਹਿ ਭੀਰ, ਬਾਦਸ਼ਾਹ ਨੇ ਬਹੁਤਾ ਇਹਦੀ ਗੱਲ ਵੱਲ ਧਿਆਨ ਨਹੀਂ ਦਿੱਤਾ। ਕਰ ਜੋਰੇ ਉਚਰਤ ਦੁਰਮਤ ਕੋ, ਹੱਥ ਜੋੜ ਕਰਕੇ ਖੋਟੀ ਮੱਤ ਦੇ ਨਾਲ ਕਹਿਣ ਲੱਗਾ, ਅਬ ਆਇਓ ਪੁਰ ਸਿੱਖਨ ਪੀਰ, ਹੁਣ ਜਿਹੜਾ ਸਿੱਖਾਂ ਦਾ ਪੀਰ ਹੈ ਨਾ, ਧੰਨ ਗੁਰੂ ਅਰਜਨ ਸਾਹਿਬ ਜੀ ਗੁਰਸਿੱਖਾਂ ਦੇ ਗੁਰੂ ਹਨ, ਉਹ ਹੁਣ ਲਾਹੌਰ ਵਿਖੇ ਆਏ ਹੋਏ ਹਨ। ਤੁਮ ਟਿਕ ਆਵਨ ਕਰਿਓ ਨ ਅਬ ਪੀ, ਪਰ ਦੇਖੋ ਫੇਰ ਵੀ ਤੁਹਾਡੇ ਕੋਲ ਅਜੇ ਵੀ ਨਹੀਂ ਪਹੁੰਚੇ ਹਨ। ਹਿੰਦੁਨ ਤੇ ਪੁਜਵਾਵਤ ਪਾਏ, ਸਾਰੇ ਧਰਮਾਂ ਦੇ ਲੋਕ ਉਹਨਾਂ ਨੂੰ ਪੂਜ ਰਹੇ ਹਨ। ਨਿਤ ਪ੍ਰਤ ਧਨ ਅਨਗਿਨਤ ਆਮਦਨ, ਬਹੁਤ ਸਾਰਾ ਧਨ ਲੋਕ ਸੰਗਤਾਂ ਉਹਨਾਂ ਦੇ ਚਰਨਾਂ ਦੇ ਵਿੱਚ ਭੇਟਾ ਕਰ ਰਹੀਆਂ ਹਨ। ਧਨੀ ਭਇਓ ਔਰ ਗਰਭ ਵਧਾਏ, ਧਨ ਦੇ ਕਾਰਨ ਬਹੁਤ ਭਾਰੀ ਹੰਕਾਰੀ ਹੋ ਰਹੇ ਹਨ। 2 ਲੱਖ ਕੋ ਦੰਡ ਲਖੇ ਗਿਆ, ਉਹਨਾਂ ਵਾਸਤੇ 2 ਲੱਖ ਕਿਹੜੀ ਵੱਡੀ ਚੀਜ਼ ਹੈ। ਤਤ ਛਿਨ ਲੈ ਦੈ ਹਉ ਇਸ ਥਾਏ, ਜਿਹੜਾ ਤੁਸੀਂ ਦੰਡ ਲਗਾਇਆ ਹੈ ਮੈਂ ਝੱਟ ਹੀ ਲੈ ਦਿਆਂਗਾ। ਆਪ ਸਿਫਾਰਿਸ਼ ਕਹੋ ਨ ਸੁਣੀਐ, ਨਾ ਤੁਸੀਂ ਸਿਫਾਰਿਸ਼ ਕਰਨੀ, ਨਾ ਕਿਸੇ ਦੇ ਕੋਲੋਂ ਸਿਫਾਰਿਸ਼ ਸੁਣਨੀ। ਤਉ ਤਸ ਕਰ ਰਖੈ
ਮਹਿ ਨਾ ਡਰ ਪਾਏ। ਫੇਰ ਕਹਿੰਦੇ ਆਪਣੇ ਕੋਲੋਂ ਚੋਰ ਨਹੀਂ ਰੱਖਣਗੇ, ਡਰਨਗੇ ਤੁਹਾਡੇ ਕੋਲੋਂ। ਸੁਖੀ ਬਸਹਿ ਕੋ ਦੇਸ਼ ਬਹੁਰ ਸਭ। ਸਾਰਾ ਹਿੰਦੁਸਤਾਨ ਫਿਰ ਸੁਖੀ ਵਸੇਗਾ। ਕਰਹੁ ਬੁਲਾਵਨ ਤਉ ਚਲ ਜੇ ਆਏ। ਤੁਸੀਂ ਬੁਲਾਓ ਫਿਰ ਤੁਹਾਡੇ ਕੋਲ ਆਉਣਗੇ। ਨਤ ਸਿੱਖਨ ਤੇ ਲੈ ਕਰ ਧਨ ਕੋ। ਨਹੀਂ ਤਾਂ ਫਿਰ ਗੁਰਸਿੱਖਾਂ ਦੇ ਕੋਲੋਂ ਭੇਟਾਵਾਂ ਲੈ ਕੇ ਆਪਣੀ ਪੁਰੀ ਪ੍ਰਵੇਸ਼ਹਿ ਜਾਏ। ਫਿਰ ਵਾਪਸ ਅੰਮ੍ਰਿਤਸਰ ਚਲੇ ਜਾਣਗੇ। ਨਿਰਪੈ ਹੋਏ ਤੁਮ ਤੇ ਬਹੁ ਰਾਖਿਓ। ਇਸ ਤਰ੍ਹਾਂ ਤੁਹਾਡੇ ਕੋਲੋਂ ਬਿਲਕੁਲ ਨਹੀਂ ਡਰਦੇ ਹਨ। ਸ਼ਹਿਜ਼ਾਦਾ ਦੇਸ਼ ਜੋ ਨਿਕਸਾਏ। ਜਿਹੜਾ ਤੁਸੀਂ ਸਹਿਜਾਦੇ ਨੂੰ ਖੁਸਰੋ ਨੂੰ ਕੱਢਿਆ ਸੀ, ਪਾਏ ਤਦਾਰਕ ਤਉ ਚਿਤ ਸਮਝਹਿ। ਉਹਨਾਂ ਦੀ ਇਹਨਾਂ ਨੇ ਮਦਦ ਕੀਤੀ। ਜਦ ਸਜ਼ਾ ਮਿਲੇਗੀ ਫੇਰ ਸਮਝਣਗੇ। ਸ਼ਾਹ ਅਵਗਿਆ ਇਮ ਦੁਖਦਾਏ। ਬਾਦਸ਼ਾਹ ਦੀ ਅਵਗਿਆ ਕਰਨ ਦਾ ਕੀ ਫਲ ਹੁੰਦਾ ਹੈ। ਇਕ ਦੋਇ ਅਪਰ ਸ਼ਾਹ ਕੇ ਨਿਕਟੀ। ਇੱਕ ਦੋ ਹੋਰ ਵੀ ਜਿਹੜੇ ਬਾਦਸ਼ਾਹ ਦੇ ਨੇੜੇ ਵਾਲੇ ਬੰਦੇ ਸਨ, ਧਨ ਦੇ ਕੀਨੇ ਆਪਨ ਸਹਾਏ। ਇਹ ਸਾਰੀ ਦੁਸ਼ਟਾਂ ਦੀ ਚੌਂਕੜੀ ਰਲੀ ਹੋਈ ਸੀ। ਦੁਸ਼ਟ ਚੌਂਕੜੀ ਸਦਾ ਕੂੜ ਕਮਾਵੈ, ਨਾ ਬੂਝੈ ਵਿਚਾਰੇ। ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਆਪਣੇ ਅੱਗੇ ਉਹ ਕੰਡੇ ਬੀਜ ਰਹੇ ਹਨ। ਇਸ ਤਰ੍ਹਾਂ ਆਪਣੀ ਵਾਹ ਪੂਰੀ ਲਗਾਉਂਦੇ ਹਨ। ਨਿੰਦਾ ਦੁਸ਼ਟੀ ਤੇ ਕਿਨ ਫਲ ਪਾਇਆ, ਹਰਨਾਕਸ਼ ਨਖੇ ਬਿਦਾਰੇ। ਚੰਦੂ ਦੁਸ਼ਟ ਨੇ ਹੋਰ ਵੀ ਆਪਣੇ ਵਰਗੇ ਦੁਸ਼ਟ ਆਪਣੇ ਨਾਲ ਰਲਾਏ ਹੋਏ ਸਨ। ਸੋ ਉਮਰਾਵ ਕਹਿਨ ਤਬ ਲਾਗੇ। ਉਹ ਵੀ ਸਾਰੇ ਜਿਹੜੇ ਸਨ ਚੰਦੂ ਦੀ ਹਾਂ ਦੇ ਵਿੱਚ ਹਾਂ ਮਿਲਾਉਣ ਲੱਗੇ। ਚੰਦੂ ਸ਼ਾਹ ਸੁਮਤ ਅਦਕਾਏ। ਬਾਦਸ਼ਾਹ ਚੰਦੂ ਜਿਹੜਾ ਹੈ ਨਾ ਬਹੁਤ ਸਮਤਵਾਨ ਹੈ, ਬੜਾ ਸਿਆਣਾ ਹੈ। ਮਹਾਰਾਜ ਨੇ ਗੁਰਬਾਣੀ ਦੇ ਵਿੱਚ ਦੱਸਿਆ ਹੈ ਨਾ ਸਾਰਾ। ਇਹ ਕਲਯੁਗ ਦਾ ਨਿਆਂ ਹੈ। ਮੂਰਖ ਨੂੰ ਲੋਕ ਚੌਧਰੀ ਆਖਦੇ ਹਨ, ਵੀ ਆਓ ਚੌਧਰੀ ਜੀ, ਉਹਨੂੰ ਸਨਮਾਨ ਦਿੰਦੇ ਹਨ। ਗੁਣਵਾਨ ਦਾ ਤਿਸਕਾਰ ਕਰਦੇ ਹਨ। ਇਹ ਮਹਾਰਾਜ ਨੇ ਆਖਿਆ ਕਲ ਕਾ ਇਹੋ ਨਿਆਂ, ਇਹ ਕਲਯੁਗ ਦਾ ਨਿਆਂ ਹੈ। ਕਹਿੰਦੇ ਚੰਦੂ ਬਹੁਤ ਗੁਣਵਾਨ ਹੈ ਜੀ, ਇਹ ਮਹਾਰਾਜ ਬੜਾ ਸਿਆਣਾ ਬੰਦਾ ਹੈ। ਦੇਸ਼ ਦੁਖੀ ਦਿਕ ਦੋਖ ਲਖੈ ਔਰ। ਇਹ ਦੇਸ਼ ਨੂੰ ਦੁਖੀ ਦੇਖ ਕੇ ਬਹੁਤ ਦੁੱਖ ਮਨਾਉਂਦਾ ਹੈ। ਬਾਰ ਬਾਰ ਸੋ ਅਰਜ ਕਰਾਏ। ਬਾਰ ਬਾਰ ਤਾਂ ਹੀ ਤੁਹਾਡੇ ਕੋਲ ਬੇਨਤੀਆਂ ਕਰਦਾ ਹੈ। ਆਪ ਹਦੂਰ ਹਕਾਰ ਨਿਹਾਰੋ। ਆਪ ਜੀ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਆਪਣੇ ਪਾਸ ਬੁਲਾ ਲਓ। ਕਹੋ ਨ ਕੁਛ ਮਗ ਸੰਕਟ ਜੇ। ਤੁਸੀਂ ਕੋਈ ਉਹਨਾਂ ਦੇ ਕੋਲ ਵਚਨ ਨਹੀਂ ਕਰਨਾ ਹੈ। ਉਹਨਾਂ ਦੇ ਕੋਲ ਤੁਸੀਂ ਕੇਵਲ ਖੁਦਾ ਦਾ ਰਸਤਾ ਪੁੱਛਣਾ ਹੈ। ਪਰਮਾਰਥ ਦੀ ਹੀ ਗੱਲ ਕਰਨੀ ਹੋਵੇਗੀ। ਦੰਡ ਦੀਵਾਨ ਸੋ ਲੇਹ ਨਬੀਰ ਹੈ। ਜਿਹੜਾ ਦੰਡ ਦੇਣਾ ਹੈ, ਜਿਹੜਾ ਟੈਕਸ ਲੈਣਾ ਹੈ, ਇਹ ਸਾਰੀ ਗੱਲ ਚੰਦੂ ਆਪੇ ਕਰ ਲਵੇਗਾ। ਆਪ ਦੋਸ਼ ਤੇ ਸੰਕਟ ਜੇ। ਜੇਕਰ ਆਪ ਜੀ ਕਿਸੇ ਗੱਲੋਂ ਸੰਕੋਚ ਕਰਦੇ ਹੋ ਤਾਂ ਸੁਨ ਤਿਸ ਬਾਕ ਵਿਸਰਜਨ ਕਰੀਐ। ਇਸ ਤਰ੍ਹਾਂ ਸੁਣ ਕਰਕੇ ਗੱਲ ਜਿਹੜੀ ਹੈ ਫਿਰ ਉਹਨਾਂ ਨੂੰ ਵਿਦਾ ਕਰ ਦੇਣਾ। ਤੁਮੋ ਨ ਲੇਪ ਲੱਗੈ ਬਿਦ ਏ। ਤੁਸੀਂ ਸਾਰੀ ਗੱਲ ਦੇ ਵਿੱਚ ਨਿਰਲੇਪ ਰਹੋਗੇ। ਤੁਹਾਨੂੰ ਨਹੀਂ ਕੋਈ ਆਖੇਗਾ ਵੀ ਤੁਸੀਂ ਸਤਿਗੁਰਾਂ ਦੇ ਉੱਪਰ ਕੋਈ ਵਧੀਕੀ ਕੀਤੀ ਹੈ। ਚੰਦੂ ਅਰ ਉਮਰਾਵਨ ਰੁਖ ਲਖ। ਚੰਦੂ ਅਤੇ ਹੋਰ ਉਮਰਾਵਾਂ ਦਾ ਰੁਖ ਦੇਖ ਕਰਕੇ ਸ਼ਾਹੋ ਰਿਦੇ ਪੀ ਚਾਹ ਕਰੇ। ਬਾਦਸ਼ਾਹ ਦੇ ਮਨ ਦੇ ਵਿੱਚ ਵੀ ਇਸ ਤਰ੍ਹਾਂ ਦੀ ਚਾਹ ਪਹਿਲਾਂ ਸੀ, ਕਿਉਂਕਿ ਤੋਜ ਕੇ ਜਹਾਂਗੀਰੀ ਦੇ ਵਿੱਚ ਉਹਨੇ ਜ਼ਿਕਰ ਕੀਤਾ ਹੈ ਵੀ ਮੈਂ ਇਹ ਜੋ ਹਿੰਦੂ ਵੀ ਮੁਸਲਮਾਨ ਵੀ ਸਾਰੇ ਲੋਕ ਉਹਨਾਂ ਨੂੰ ਪੂਜਦੇ ਹਨ, ਮੇਰੇ ਕੋਲ ਇਹ ਜਰਿਆ ਨਹੀਂ ਜਾ ਰਿਹਾ ਸੀ। ਮੈਂ ਸਾਰਾ ਸਿਲਸਿਲਾ ਬੰਦ ਕਰਨਾ ਚਾਹੁੰਦਾ ਸੀ। ਜਹਾਂਗੀਰ ਨੇ ਆਪ ਲਿਖਿਆ ਹੈ। ਇਹਨੇ ਆਖਿਆ ਵੀ ਸ਼ਾਇਦ ਮੈਂ ਨਿਰਦੋਸ਼ ਰਹਿ ਜਾਵਾਂਗਾ। ਇਹ ਚੰਦੂ ਅਤੇ ਉਮਰਾਵਾਂ ਦੀ ਗੱਲ ਦੀ ਹਾਂ ਦੇ ਵਿੱਚ ਹਾਂ ਮਿਲਾਉਂਦਾ ਹੈ। ਦਰਸ਼ਨ ਕਰੋ ਉਚਾਰਨ ਸੁਨਹੁ। ਮੈਂ ਸਤਿਗੁਰਾਂ ਦੇ ਦਰਸ਼ਨ ਕਰਾਂਗਾ, ਉਹਨਾਂ ਦੇ ਨਾਲ ਬਚਨ ਕਰਾਂਗਾ। ਨਿੰਦਾ ਸਿਫਤੀ ਬਹੁ ਜਿਸ ਕੀ। ਜਿਸ ਦੇ ਵਿੱਚ
ਲੋਕ ਜਿਵੇਂ ਸੰਸਾਰ ਦੇ ਇੱਕ ਦੂਸਰੇ ਦੀ ਨਿੰਦਾ ਦਾ ਸਿਫਤ ਕਰਦੇ ਹਨ, ਨਿਕਟ ਵਜ਼ੀਰ ਖਾਨ ਕੋ ਦੇਖਿਓ, ਆਪਣੇ ਨਜ਼ਦੀਕ ਵਜ਼ੀਰ ਖਾਨ ਨੂੰ ਦੇਖਣਾ ਕੀਤਾ। ਕਹਿਓ ਤਾਹੇ ਕੋ ਸਤਿਗੁਰ ਆਨ, ਇਸ ਤਰ੍ਹਾਂ ਉਹ ਜਹਾਂਗੀਰ ਆਖਣ ਲੱਗਾ ਵੀ ਸਤਿਗੁਰਾਂ ਨੂੰ ਇੱਥੇ ਸਾਡੇ ਪਾਸ ਬੁਲਾ ਕੇ ਲਿਆਉਣਾ ਕਰੋ। ਸੁਨ ਆਏ ਸਕੋ ਤਤ ਛਿਨ ਗਮਨਿਓ, ਵਜ਼ੀਰ ਖਾਨ ਉਸੇ ਵਕਤ ਹੀ ਉਸਨੇ ਚੱਲਣਾ ਕੀਤਾ ਜਿਸ ਥਲ ਸ੍ਰੀ ਅਰਜਨ ਭਗਵਾਨ, ਜਿੱਥੇ ਅਕਾਲ ਪੁਰਖ ਦਾ ਪ੍ਰਤੱਖ ਸਰੂਪ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਸਨ। ਧਰ ਅਕੋਰ ਕੋ ਕਰੇ ਨਿਹੋਰਨ, ਭੇਟਾ ਰੱਖ ਕੇ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕੀਤੇ। ਹਾਥ ਜੋੜ ਜੁਗ ਬੰਧਨ ਠਾਨ, ਹੱਥ ਜੋੜ ਕੇ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਮੱਥਾ ਟੇਕਿਆ। ਧੰਨ ਧੰਨ ਤੁਮ ਗਿਰਾ ਧੰਨ ਹੈ, ਮਹਾਰਾਜ ਤੁਸੀਂ ਧੰਨ ਹੋ, ਤੁਹਾਡੀ ਬਾਣੀ ਧੰਨ ਹੈ ਜੀ। ਜੇ ਸੁਨ ਦੁਖ ਤੇ ਉਬਰੇ ਪ੍ਰਾਨ, ਜਿਸ ਬਾਣੀ ਨੂੰ ਸੁਣ ਕੇ ਮੇਰੀ ਬੰਦ ਖਲਾਸੀ, ਮੇਰੀ ਜਾਨ ਖਲਾਸੀ ਹੋਈ ਹੈ, ਮੇਰੇ ਦੁੱਖਾਂ ਦੀ ਨਿਵਰਤੀ ਹੋਈ ਹੈ ਜੀ। ਭਇਓ ਜਲੋਦਰ ਅਰ ਬਹੁ ਪੀਰਾ, ਵਜ਼ੀਰ ਖਾਨ ਆਖਣ ਲੱਗਾ ਵੀ ਜਿਹੜਾ ਮੈਨੂੰ ਬਹੁਤ ਭਾਰੀ ਭਿਆਨਕ ਅਸਾਧ ਰੋਗ ਜਲੋਦਰ ਦਾ ਲੱਗ ਗਿਆ ਸੀ, ਨਿਸਬਾਸਰ ਵਿਆਕੁਲਤਾ ਪਾਏ, ਔਰ ਦਿਨੇ ਰਾਤ ਮੈਂ ਬਹੁਤ ਭਾਰੀ ਬੇਚੈਨ ਸੀ। ਹਾਏ ਹਾਏ ਕਰ ਭਰਿਓ ਪੁਕਾਰਤ, ਮੈਂ ਦਿਨੇ ਰਾਤ ਹਾਏ ਹਾਏ ਪੁਕਾਰਦਾ ਸੀ। ਕਿਸ ਹਕੀਮ ਤੇ ਸ਼ਾਂਤ ਨ ਪਾਏ, ਜਦੋਂ ਕੋਈ ਬਿਮਾਰੀ ਅਸਾਧ ਰੋਗ ਬਣ ਜਾਂਦੀ ਹੈ, ਉਹਦਾ ਫਿਰ ਵੈਦਾਂ ਦੇ ਕੋਲ ਇਲਾਜ ਨਹੀਂ ਰਹਿ ਜਾਂਦਾ ਹੈ, ਕਿਉਂਕਿ ਹਰ ਇੱਕ ਬਿਮਾਰੀ ਅਸਾਧ ਰੋਗ ਬਣ ਜਾਂਦੀ ਹੈ। ਕਿਸੇ ਵੀ ਰੋਗ ਨੂੰ, ਕਿਸੇ ਦੁੱਖ ਨੂੰ ਛੋਟਾ ਨਹੀਂ ਸਮਝਣਾ ਚਾਹੀਦਾ ਹੈ। ਜਦ ਆਪਣੀ ਸੀਮਾ ਤੋਂ ਲੰਘ ਜਾਂਦੀ ਹੈ, ਫਿਰ ਅਸਾਧ ਹੋ ਜਾਂਦੀ ਹੈ। ਕਿਸੇ ਵੈਦ ਕੋਲ, ਕਿਸੇ ਡਾਕਟਰ ਕੋਲ ਉਹਦਾ ਫਿਰ ਇਲਾਜ ਹੁੰਦਾ ਹੀ ਨਹੀਂ ਹੈ। ਉਹਦਾ ਵੈਦ ਫਿਰ ਇੱਕੋ ਹੀ ਹੁੰਦਾ ਹੈ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਉਹਨੇ ਆਖਿਆ ਕਿਸੇ ਵੈਦ ਹਕੀਮ ਦੇ ਕੋਲੋਂ ਮੇਰਾ ਇਲਾਜ ਨਹੀਂ ਹੋ ਰਿਹਾ ਸੀ। ਫਿਰ ਮੈਂ ਗੁਰਸਿੱਖ ਦੀ ਪ੍ਰੇਰਣਾ ਦੇ ਨਾਲ ਬਾਣੀ ਦਾ ਸਹਾਰਾ ਲਿਆ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਮਹਾਰਾਜ ਫਿਰ ਮੈਂ ਆਪ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਦਾ ਸਹਾਰਾ ਲਿਆ। ਪਾਠ ਸੁਖਮਨੀ ਤੇ ਸੁਨ ਸੁਖ ਭਾ, ਸੁਖਮਨੀ ਸਾਹਿਬ ਦਾ ਪਾਠ ਸੁਣ ਕੇ ਸੱਚੀ ਮੁੱਚੀ ਮੈਨੂੰ ਸੁਖ ਮਿਲ ਗਿਆ। ਵਿਆਦ ਗਈ ਤਤਕਾਲ ਨਸਾਏ, ਜਿਹੜਾ ਅਸਾਧ ਰੋਗ ਸੀ ਸਾਰਾ ਕਹਿੰਦੇ ਫਿਰ ਦੂਰ ਹੋ ਗਿਆ। ਨਾਮ ਦੇ ਵਿੱਚ ਸਾਰੀਆਂ ਹੀ ਬਰਕਤਾਂ ਹਨ। ਕੋਈ ਐਸਾ ਦੁੱਖ ਨਹੀਂ, ਐਸਾ ਰੋਗ ਨਹੀਂ ਜਿਹੜਾ ਨਾਮ ਦੁਆਰਾ, ਬਾਣੀ ਦੁਆਰਾ ਦੂਰ ਨਹੀਂ ਹੋ ਸਕਦਾ ਹੈ। ਬੰਦੇ ਦੇ ਭਰੋਸੇ ਵਿੱਚ ਘਾਟ ਹੋ ਸਕਦੀ ਹੈ, ਬਾਣੀ ਦੇ ਵਿੱਚ, ਨਾਮ ਦੇ ਵਿੱਚ ਕਿਸੇ ਗੱਲ ਦੀ ਘਾਟ ਨਹੀਂ। ਚੰਦੂ ਚਾਰੀ ਕਰਤ ਆਪ ਕੀ, ਚੰਦੂ ਜਿਹੜਾ ਹੈ ਨਾ, ਉਹ ਕਹਿੰਦੇ ਆਪ ਜੀ ਦੀ ਬਹੁਤ ਭਾਰੀ ਚੁਗਲੀ ਲਗਾਉਂਦਾ ਹੈ। ਬਹੁਤ ਦਿਨ ਬੀਤੇ ਕਰਤ ਉਪਾਏ, ਕਈ ਦਿਨਾਂ ਦੇ ਯਤਨ ਕਰ ਰਿਹਾ ਹੈ ਜੀ। ਬਾਰ ਬਾਰ ਸੁਨ ਸ਼ਾਹ ਵਿਚਲਗਾ, ਬਾਰ ਬਾਰ ਕਹਿ ਕੇ ਬਾਦਸ਼ਾਹ ਨੂੰ, ਉਹਨੂੰ ਭਰਮ ਦੇ ਵਿੱਚ ਪਾ ਰਿਹਾ ਹੈ। ਪੁਨ ਉਮਰਾਵ ਸਹਾਏ ਦੀਵਾਨ, ਫਿਰ ਹੋਰ ਵੀ ਉਮਰਾਵ ਆਦਿਕ ਜਿਹੜੇ ਹਨ ਆਪਣੇ ਵੱਲ ਕੀਤੇ ਹੋਏ ਹਨ। ਚਾਹੇ ਕਹਾਵਤ ਭਰਮ ਉਪਾਵਤ, ਇਸ ਤਰ੍ਹਾਂ ਕਹਿ ਕਹਿ ਕੇ ਭਰਮ ਪਾ ਰਿਹਾ ਹੈ। ਏਵ ਸੁਨਾਵਤ ਦੁਸ਼ਟ ਮਹਾਨ, ਦੁਸ਼ਟ ਚੰਦੂ ਜਿਹੜਾ ਹੈ ਨਾ, ਆਪ ਵੀ ਕਹਿੰਦਾ ਹੈ, ਹੋਰਨਾਂ ਦੇ ਕੋਲੋਂ ਵੀ ਕਹਾਉਂਦਾ ਹੈ ਜੀ। ਹਜ਼ਰਤ ਤਉ ਪੜਾਈ ਰਾਖਤ, ਬਾਦਸ਼ਾਹ ਫਿਰ ਵੀ ਗੁਰੂ ਨਾਨਕ ਦੇ ਘਰ ਦੀ ਵਡਿਆਈ ਰੱਖਦਾ ਹੈ। ਸ਼੍ਰੀ ਨਾਨਕ ਗਾਦੀ ਪਰ ਜਾਨ, ਇਹ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਗੁਰਗੱਦੀ ਦੇ ਉੱਪਰ ਹਨ। ਕਰੇ ਹਕਾਰਨ ਦਰਸ਼ਨ ਕਾਰਨ, ਉਸ ਨੇ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਬੁਲਾਇਆ ਹੈ। ਬਾਕ ਸੁਨਨ ਕੀ ਚਿਤ ਰੁਚ ਠਾਨ, ਉਹਦੇ ਮਨ ਦੇ ਵਿੱਚ ਆਪ ਜੀ ਦੇ ਬਚਨ ਸੁਣਨ ਦੀ ਬਹੁਤ ਭਾਰੀ ਤਾਂਘ ਹੈ ਜੀ। ਪਠਿਓ ਆਪ ਢਿਗ ਮੈਂ ਚਲ ਆਇਓ ਦੇਹੋ, ਬਾਦਸ਼ਾਹ ਨੇ ਮੈਨੂੰ ਭੇਜਿਆ ਹੈ, ਮੈਂ ਆਪ ਜੀ ਦੇ ਕੋਲ ਆਇਆ ਹਾਂ। ਦੇਹੋ ਦਰਸ਼ਨ ਕੋ ਬਿਰਦ
ਬਿਰਦ ਕਿਰਪਾਲ। ਮਹਾਰਾਜ ਆਪ ਜੀ ਦਾ ਬਿਰਦ ਹੈ, ਆਪ ਜੀ ਕਿਰਪਾਲੂ ਹੋ, ਦਿਆਲੂ ਹੋ, ਦਰਸ਼ਨ ਦੇਣਾ ਕਰੋ। ਸੁਨ ਸ੍ਰੀ ਅਰਜਨ ਬਾਕ ਪਖਾਨੇ। ਧੰਨ ਗੁਰ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ। ਸਾਰੀ ਸੰਗਤ ਆਖੋ ਧੰਨ ਗੁਰ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ। ਧੰਨ ਗੁਰ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ। ਮਹਾਰਾਜ ਆਖਣ ਲੱਗੇ ਵੀ ਅਸੀਂ ਇਸੇ ਕਰਕੇ ਹੀ ਤਾਂ ਅੰਮ੍ਰਿਤਸਰ ਤੋਂ ਆਏ ਹਾਂ। ਬਾਦਸ਼ਾਹ ਨੂੰ ਮਿਲਣਾ ਹੈ, ਜਿਹੜਾ ਭਾਣਾ ਵਰਤਾਉਣਾ ਹੈ, ਜਿਹੜੇ ਕਾਰਜ ਕਰਨੇ ਹਨ, ਇਹ ਤਾਂ ਇੱਕ ਵਿਧ ਬਣ ਰਹੀ ਸੀ, ਬਹਾਨਾ ਬਣਾ ਰਹੇ ਸੀ। ਇਸੇ ਕਰਕੇ ਅਸੀਂ ਇੰਨੀ ਦੂਰੋਂ ਚੱਲ ਕੇ ਆਏ ਹਾਂ। ਹਮ ਇਸ ਹਿਤ ਆਏ ਮਗ ਚਾਲ। ਇਸੇ ਕਰਕੇ ਚੱਲ ਕੇ ਇੱਥੇ ਪਹੁੰਚੇ ਹਾਂ। ਕਰਤ ਪ੍ਰਤੀਕਨ ਸਮਾਂ ਸੋ ਪਹੁੰਚਿਓ। ਇਸ ਤਰ੍ਹਾਂ ਉਡੀਕਦਿਆਂ ਹੋਇਆ ਉਹ ਸਮਾਂ ਪਹੁੰਚ ਗਿਆ ਹੈ। ਇਮ ਕਹਿ ਭਏ ਤਿਆਰ ਤਿਸ ਨਾਲ। ਇਸ ਤਰ੍ਹਾਂ ਕਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਤਿਆਰੀ ਕਰ ਲਈ। ਚੜ ਖਾਸੇ ਪਰ ਗਮਨੇ ਸਤਿਗੁਰ। ਖਾਸੇ ਦੇ ਉੱਪਰ ਸਵਾਰ ਹੋ ਕੇ ਮਹਾਰਾਜ ਜੀ ਚੱਲੇ ਹਨ। ਪੰਜ ਸਿੱਖ ਲੈ ਸੰਗ ਵਿਸਾਲ। ਭਾਈ ਬਿਧੀ ਚੰਦ ਜੇਠਾ ਜੀ ਆਦਿਕ 5 ਗੁਰਸਿੱਖ ਨਾਲ ਹਨ। ਕਰੇ ਹਜ਼ਾਰੋਂ ਬੰਧਨ ਮਗ ਮਹਿ। ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਰਸਤੇ ਦੇ ਵਿੱਚ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਦੀਦਾਰ ਕਰਦੀਆਂ ਹਨ। ਹਰੇ ਹੋਏ ਪਿਖ ਹਿਤ ਸਨਮਾਨ। ਸਤਿਗੁਰੂ ਪਾਤਸ਼ਾਹ ਜੀ ਦੇ ਸਨਮਾਨ ਵਾਸਤੇ ਸੰਗਤਾਂ ਖੜੀਆਂ ਹੋ ਰਹੀਆਂ ਹਨ। ਧੰਨ ਧੰਨ ਗੁਰ ਸੁਜਸ ਉਚਾਰਹਿ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਜਸ ਕਰ ਰਹੀਆਂ ਹਨ ਸੰਗਤਾਂ। ਸੁਨਤ ਚਲਤ ਜਸ ਕੋ ਨਿਜ ਕਾਨ। ਇਸ ਤਰ੍ਹਾਂ ਚੱਲਦਿਆਂ ਹੋਇਆਂ ਵਜ਼ੀਰ ਖਾਨ ਵੀ ਮਹਾਰਾਜ ਜੀ ਦਾ ਜਸ ਸੁਣਦਾ ਹੈ। ਸੁਧ ਵਜ਼ੀਰ ਖਾਂ ਕਰੀ ਅਗਾਰੀ। ਵਜ਼ੀਰ ਖਾਨ ਨੇ ਜਾ ਕੇ ਅੱਗੋਂ ਆਈ ਦੱਸ ਦਿੱਤਾ। ਪਹੁੰਚੇ ਆਏ ਗੁਰੂ ਭਗਵਾਨ। ਆਪ ਪ੍ਰਤੱਖ ਹਰ ਪਰਮੇਸ਼ਰ ਸਰੂਪ ਧੰਨ ਗੁਰ ਅਰਜਨ ਦੇਵ ਮਹਾਰਾਜ ਜੀ ਆਪ ਪਹੁੰਚ ਰਹੇ ਹਨ। ਉਚਾਸਨ ਕਹਿ ਕਹਿ ਡਸਵਾਇਓ। ਉੱਚਾ ਆਸਨ ਲਗਾਉਣਾ ਕੀਤਾ ਸਤਿਗੁਰੂ ਜੀ ਦਾ। ਚੰਦੂ ਦੁਖਿਓ ਦੇਖ ਸਨਮਾਨ। ਚੰਦੂ ਮਹਾਰਾਜ ਜੀ ਦਾ ਸਨਮਾਨ ਦੇਖ ਕੇ ਬਹੁਤ ਦੁਖੀ ਹੋਇਆ। ਇਤਨੇ ਮੈਂ ਗੁਰ ਦਰਸ਼ਨ ਦੀਨਸ। ਇੰਨੇ ਚਿਰ ਨੂੰ ਧੰਨ ਗੁਰ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਪਹੁੰਚ ਗਏ ਹਨ। ਸਾਦਰ ਕਹਿ ਕਰ ਤਹਾਂ ਬਿਠਾਏ। ਬੜੇ ਆਦਰ ਦੇ ਨਾਲ ਬਾਦਸ਼ਾਹ ਨੇ ਉੱਚੇ ਆਸਨ ਤੇ ਬਿਠਾਇਆ। ਸ਼ਾਹ ਨਮਿਓ ਗੁਰ ਕੁਸ਼ਲ ਪ੍ਰਸੰਨ। ਬਾਦਸ਼ਾਹ ਨੇ ਰਸਮੀ ਤੌਰ ਦੇ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਵੀ ਕੀਤੀ, ਮੱਥਾ ਵੀ ਟੇਕਿਆ। ਕਿਉਂਕਿ ਇਹ ਤਾਂ ਇੱਕ ਲੋਕਾਚਾਰੀ ਸੀ ਨਾ, ਮਨ ਨਹੀਂ ਸੀ ਨਾ ਝੁਕਿਆ। ਜਦ ਬੰਦੇ ਦਾ ਮਨ ਝੁਕ ਜਾਵੇ ਫਿਰ ਤਾਂ ਖੇਡ ਹੀ ਹੋਰ ਬਣ ਜਾਵੇ। ਧੰਨਬਾਜਾਂ ਵਾਲੇ ਸਤਿਗੁਰੂ ਜੀ ਫਰਮਾਉਂਦੇ ਹਨ, ਸਿਜਦੇ ਕਰੇ ਅਨੇਕ ਤੋਪ ਚੀ ਕਪਟ ਭੇਸ। ਪੋਸਤੀ ਅਨੇਕ ਦਾ ਨਿਵਾਵਤ ਹੈ ਸੀਸ ਕੋ। ਤੋਪਚੀ ਵੀ ਝੁਕਦੇ ਹਨ, ਪੋਸਤੀ ਵੀ ਝੁਕਦੇ ਹਨ, ਅਮਲੀ ਅਮਲ ਖਾ ਕੇ ਝੁਕਦੇ ਫਿਰਦੇ ਹਨ, ਟੇਢੇ ਜੇ ਹੋਏ ਰਹਿੰਦੇ ਹਨ। ਪਰ ਕਹਿੰਦੇ ਬੰਦਾ ਜੇ ਗੁਰੂ ਦੇ ਅੱਗੇ ਝੁਕ ਜਾਵੇ ਨਾ, ਫਿਰ ਸਤਿਗੁਰੂ ਜੀ ਮਿਹਰਾਂ ਵਰਤਾ ਦੇਣ। ਬੰਦਾ ਝੁਕਦਾ ਨਹੀਂ ਹੈ, ਆਪਣੀ ਗੱਲ ਨੂੰ ਛੱਡਣ ਵਾਸਤੇ ਤਿਆਰ ਨਹੀਂ। ਇਸ ਤਰ੍ਹਾਂ ਰਸਮੀ ਤੌਰ ਤੇ ਇਸ ਨੇ ਮਹਾਰਾਜ ਜੀ ਦੇ ਸਨਮੁਖ ਝੁਕਣਾ ਕੀਤਾ। ਹੇਰ ਹੇਰ ਸਭ ਸੀਸ ਨਿਵਾਏ। ਸਾਰੇ ਜਿਤਨੇ ਵੀ ਦਰਬਾਰ ਦੇ ਵਿੱਚ ਸਨ ਬਾਦਸ਼ਾਹ ਵੱਲ ਦੇਖ ਕੇ ਉਹਨਾਂ ਨੇ ਵੀ ਸੀਸ ਝੁਕਾਇਆ। ਪੁਨ ਹਜ਼ਰਤ ਨੇ ਪੂਜਨ ਕੀਨਾ। ਫਿਰ ਬਾਦਸ਼ਾਹ ਨੇ ਮਹਾਰਾਜ ਜੀ ਦੇ ਸਨਮੁਖ ਸਵਾਲ ਰੱਖਿਆ। ਹਿੰਦੂ ਤੁਰਕ ਜੇ ਬਾਦ ਵਧਾਏ। ਮਹਾਰਾਜ ਹਿੰਦੂ ਅਤੇ ਤੁਰਕਾਂ ਨੇ ਆਪਸ ਦੇ ਵਿੱਚ ਝਗੜਾ ਵਧਾਇਆ ਹੋਇਆ ਹੈ। ਨਿਜ ਨਿਜ ਕੋ ਮਾਨੈ ਹਮ ਦੀਰਘ। ਆਪਣੇ ਆਪ ਨੂੰ ਤਾਂ ਦੀਰਘ ਸਮਝਦੇ ਹਨ ਵੀ ਅਸੀਂ ਮਹਾਨ ਹਾਂ, ਆਪਣੇ ਆਪ ਨੂੰ ਵੱਡਾ ਸਮਝਦੇ ਹਨ। ਆਪਸ ਕੋ ਦੀਰਘ ਕਰ ਜਾਣੇ ਔਰਨ ਕੋ ਲਗ ਮਾਤ। ਦੂਸਰੇ ਨੇ ਕਹਿੰਦੇ ਵੀ ਇਹ ਛੋਟੀ ਮਾਤਰਾ ਹੈ। ਦੋ ਮਾਤਰਾ ਹੁੰਦੀਆਂ ਨੇ, ਇੱਕ ਦੀਰਘ ਮਾਤਰਾ ਵੱਡੀ ਮਾਤਰਾ, ਇੱਕ ਛੋਟੀ। ਦੂਜਿਆਂ ਨੂੰ ਛੋਟਾ ਸਮਝਦੇ ਹਨ, ਦੂਜਿਆਂ ਨੂੰ ਐਵੇਂ ਔਂਕੜ ਜਿਹਾ ਹੀ ਸਮਝ ਲੈਂਦੇ ਨੇ। ਆਪ ਕਹਿੰਦੇ ਅਸੀਂ ਸਿਹਾਰੀ ਬਿਹਾਰੀ ਹਾਂ।
ਵੀ ਇਸ ਤਰ੍ਹਾਂ ਸਾਰੇ ਧਰਮਾਂ ਵਾਲੇ ਆਪਣੇ ਆਪ ਨੂੰ ਵੱਡਾ ਆਖਦੇ ਹਨ, ਦੂਸਰਿਆਂ ਨੂੰ ਛੋਟਾ ਆਖਦੇ ਹਨ। ਕਹੈ ਭਿਸਤਕ ਇਕ ਦੋਜਕ ਜਾਏ। ਜਿਹੜੇ ਆਪਸ ਦੇ ਵਿੱਚ ਇਸ ਤਰ੍ਹਾਂ ਆਖਦੇ ਹਨ ਸਾਰੇ ਧਰਮਾਂ ਵਾਲੇ ਵੀ ਅਸੀਂ ਤਾਂ ਭਿਸਤਾਂ ਨੂੰ ਜਾਵਾਂਗੇ, ਦੂਸਰੇ ਧਰਮਾਂ ਵਾਲੇ ਸਾਰੇ ਦੋਜਕ ਨੂੰ ਜਾਣਗੇ, ਨਰਕਾਂ ਨੂੰ ਜਾਣਗੇ। ਇਹ ਸਾਰਿਆਂ ਨੇ ਝਗੜਾ ਵਧਾਇਆ ਹੋਇਆ ਹੈ। ਦੋਨੋਂ ਮੈਂ ਕੋ ਸਾਹਿਬ ਜਾਣੈ। ਮਹਾਰਾਜ ਦੋਨਾਂ ਦੇ ਵਿੱਚ ਕਿਸ ਨੂੰ ਮਹਾਨ ਸਮਝਿਆ ਜਾਵੇ। ਕਿਸ ਪਰ ਕਰੁਣਾ ਕਰੈ ਖੁਦਾਏ। ਕਿਹਦੇ ਉੱਪਰ ਖੁਦਾ ਕਿਰਪਾ ਕਰਦਾ ਹੈ, ਕਿਹਦੇ ਉੱਪਰ ਰਹਿਮਤ ਵਰਤਾਉਂਦਾ ਹੈ, ਉਹ ਮਾਲਕ ਵਾਹਿਗੁਰੂ ਪਰਮੇਸ਼ਰ। ਕੌਣ ਸਾਚ ਕਹਿ ਕੂਰ ਕਹੈ ਕੋ। ਝੂਠ ਕੌਣ ਕਹਿੰਦਾ ਹੈ, ਸੱਚ ਕੌਣ ਕਹਿੰਦਾ ਹੈ। ਮਹਾਰਾਜ ਫਰਮਾਉਂਦੇ ਹਨ, ਜਿਨੇ ਤੋਹੇ ਧਿਆਇਓ ਤਿਨੇ ਪੂਰਨ ਪ੍ਰਤਾਪ ਪਾਇਓ। ਸਰਬ ਧਨ ਧਾਮ ਫਲ ਫੂਲ ਸੋ ਫਲਤ ਹੈ। ਜਿਹੜਾ ਵੀ ਮਾਲਕ ਨੂੰ ਸਿਮਰਦਾ ਹੈ, ਜਿਹੜਾ ਉਹਦੀ ਸ਼ਰਨ ਦੇ ਵਿੱਚ ਪੈ ਜਾਂਦਾ ਹੈ, ਉਹਦਾ ਹੀ ਜਗਤ ਦੇ ਵਿੱਚ ਤੇਜ ਪ੍ਰਤਾਪ ਸਦੀਵ ਕਾਲ ਵਾਸਤੇ ਕਾਇਮ ਰਹਿੰਦਾ ਹੈ। ਇਸ ਤਰ੍ਹਾਂ ਸਾਰੇ ਆਪਣੇ ਆਪ ਨੂੰ ਵੱਡਾ ਆਖਦੇ ਹਨ, ਦੂਸਰੇ ਨੂੰ ਛੋਟਾ ਆਖਦੇ ਹਨ। ਇਹ ਸੰਸੈ ਮੇਰੇ ਮਨ ਆਏ। ਇਹ ਮੇਰੇ ਮਨ ਦਾ ਸ਼ੰਸਾ ਹੈ ਜੀ। ਉੱਤਰ ਦੇਹੋ ਪੀਰ ਤੁਮ ਦੀਰਘ। ਪੀਰਾਂ ਦੇ ਪੀਰ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਤੁਸੀਂ ਉੱਤਰ ਦੇਣਾ ਕਰੋ। ਜਿਸ ਤੇ ਮਮ ਖਾਤਰ ਹੋਏ ਜਾਏ। ਜਿਹਦੇ ਕਰਕੇ ਮੇਰੀ ਜਮਾ ਖਾਤਰ ਹੋ ਜਾਵੇ। ਸੁਨ ਹਜ਼ਰਤ ਤੇ ਸਤਿਗੁਰ ਅਰਜਨ। ਬਾਦਸ਼ਾਹ ਦੇ ਕੋਲੋਂ ਸੁਣ ਕਰਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿ ਜਵਾਬ ਕੋ ਸ਼ਬਦ ਸੁਨਾਏ। ਇਸ ਤਰ੍ਹਾਂ ਗੁਰਬਾਣੀ ਦੀ ਰਾਹੀਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਤਰ ਦਿੰਦੇ ਹਨ। ਸ੍ਰੀ ਮੁਖ ਵਾਕ ਰਾਮ ਕਲੀ ਮਹੱਲਾ ਪੰਜਵਾ। ਰਾਮ ਕਲੀ ਰਾਗ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਉਚਾਰਨ ਕਰਦੇ ਹਨ। ਕੋਈ ਬੋਲੇ ਰਾਮ ਰਾਮ ਕੋਈ ਖੁਦਾਏ। ਬਾਦਸ਼ਾਹ ਕੋਈ ਰਾਮ ਰਾਮ ਆਖਦਾ ਹੈ, ਕੋਈ ਖੁਦਾ ਖੁਦਾ ਆਖਦਾ ਹੈ, ਅੱਲਾ ਅੱਲਾ ਆਖਦਾ ਹੈ। ਸੂਰਜ ਨੂੰ ਕੋਈ ਸੰਨ ਆਖੀ ਜਾਵੇ, ਸੂਰਿਆ ਆਖੀ ਜਾਵੇ, ਸੂਰਜ ਆਖੀ ਜਾਵੇ, ਨਾਮ ਹੀ ਵੱਖਰੇ ਵੱਖਰੇ ਹਨ ਨਾ। ਹੈਗਾ ਤਾਂ ਸੂਰਜ ਹੀ। ਉਹ ਪ੍ਰਮਾਤਮਾ ਨੂੰ ਕੋਈ ਅੱਲਾ ਆਖੀ ਜਾਵੇ, ਰਾਮ ਆਖੀ ਜਾਵੇ, ਗੌਡ ਆਖੀ ਜਾਵੇ, ਉਹਦੇ ਨਾਮ ਹੀ ਵੱਖਰੇ ਵੱਖਰੇ ਹਨ। ਹੈ ਤਾਂ ਉਹ ਇੱਕ ਹੀ, ਵੱਖਰੇ ਵੱਖਰਾ ਕੋਈ ਪਰਮਾਤਮਾ ਨਹੀਂ ਹੈ। ਉਹਦੇ ਵੱਖਰੇ ਵੱਖਰੇ ਨਾਮ ਹਨ ਔਰ ਸਿਫਾਤੀ ਨਾਮ ਹਨ। ਜਿਸ ਤਰ੍ਹਾਂ ਦੀ ਉਹਦੀ ਸਿਫਤ ਹੈ ਉਸ ਤਰ੍ਹਾਂ ਦੇ ਨਾਮ ਹਨ, ਸਿਫਤਾਂ ਦੇ ਹਿਸਾਬ ਦੇ ਨਾਲ ਬਣੇ ਹੋਏ ਹਨ। ਕੀਰਤਮ ਨਾਮ ਕਥੇ ਤੇਰੇ ਜਿਹਬਾ, ਸਤਨਾਮ ਤੇਰਾ ਪਰਾਪੂਰ ਬਲਾ। ਇਹ ਸਾਰੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਹਨ। ਕੋਈ ਸੇਵੈ ਗੁਸਈਆ ਕੋਈ ਅਲਾਹੇ। ਕੋਈ ਗੁਸਾਈ ਆਖਦਾ ਹੈ, ਕੋਈ ਅੱਲਾ ਆਖਦਾ ਹੈ। ਕਾਰਨ ਕਰਨ ਕਰੀਮ। ਇਸ ਤਰ੍ਹਾਂ ਸਾਰੇ ਕਾਰਨਾਂ ਨੂੰ ਕਰਨ ਵਾਲਾ ਕੋਈ ਉਹਨੂੰ ਕਰੀਮ ਆਖਦਾ ਹੈ। ਕਿਰਪਾ ਧਾਰ ਰਹੀਮ। ਕੋਈ ਕਿਰਪਾ ਕਰਨ ਵਾਲਾ, ਰਹਿਮਤਾਂ ਵਰਤਾਉਣ ਵਾਲਾ, ਉਹਦਾ ਰਹੀਮ ਵੀ ਇੱਕ ਨਾਮ ਹੈ। ਰਹਾਓ। ਵਿਸ਼ਰਾਮ ਦੇ ਕੇ ਮਹਾਰਾਜ ਜੀ ਉਪਦੇਸ਼ ਕਰਦੇ ਹਨ। ਕੋਈ ਨਹਾਵੇ ਤੀਰਥ ਕੋਈ ਹਜ ਜਾਏ। ਕੋਈ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦਾ ਹੈ, ਉਥੋਂ ਲਾਭ ਪ੍ਰਾਪਤ ਕਰਦਾ ਹੈ, ਅਤੇ ਕੋਈ ਮੱਕੇ ਦਾ ਹਜ ਕਰਨ ਵਾਸਤੇ ਜਾਂਦਾ ਹੈ। ਵੱਖ-ਵੱਖ ਤਰ੍ਹਾਂ ਦੇ ਸੰਸਾਰ ਦੇ ਜੀਵਾਂ ਦੇ ਕਈ ਤਰ੍ਹਾਂ ਦੇ ਧਰਮ ਹਨ, ਉਹਨਾਂ ਦੇ ਵੱਖਰੇ ਵੱਖਰੇ ਇਸ਼ਟ ਹਨ, ਵੱਖਰਾ ਵੱਖਰਾ ਵਿਸ਼ਵਾਸ ਹੈ। ਸਾਰੇ ਆਪਣੇ ਹਿਸਾਬ ਦੇ ਨਾਲ ਲਾਭ ਪ੍ਰਾਪਤ ਕਰਦੇ ਹਨ। ਔਰ ਜਿਨ੍ਹਾਂ ਤੇ ਫਿਰ ਕਿਰਪਾ ਹੋ ਜਾਂਦੀ ਹੈ, ਰਹਿਮਤ ਹੋ ਜਾਂਦੀ ਹੈ, ਜਿਵੇਂ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ ਨਾ, ਸਿਰ ਕੀ ਸੋਭ ਉਤਾਰ ਕੈ ਚੀਨਿਓ ਆਤਮ ਰਾਮ, 60 ਕੋਟ ਕੋਸ ਮੱਕਾ ਮਿਲਿਓ, ਕਹੋ ਦਇਆ ਕੇ ਕਾਮ। ਰਾਬੀਆ ਗਈ ਸੀ ਨਾ ਹਜ ਕਰਨ ਵਾਸਤੇ, ਉਹ ਅੱਲਾ ਨੇ ਦਇਆ ਦੇਖ ਕੇ ਵੀ ਇਹਨੇ ਪਿਆਸੀ ਇੱਕ ਕੁੱਤੀ ਅਤੇ ਉਹਦੇ ਬੱਚਿਆਂ ਨੂੰ ਆਪਣੇ ਕੇਸਾਂ ਦੀ ਰੱਸੀ ਵੱਟ ਕੇ ਜਲ ਛਕਾਇਆ ਹੈ।
ਉਹ ਖੁਸ਼ ਹੋ ਕੇ ਮੱਕਾ ਜਿਹੜਾ ਸੀ ਨਾ 60 ਕੋ ਅੱਗੋਂ ਆਈ ਆ ਕੇ ਉਹਨੂੰ ਮਿਲਿਆ। ਇਹ ਆਪਣਾ ਆਪਣਾ ਵਿਸ਼ਵਾਸ ਹੈ। ਵੱਖ-ਵੱਖ ਤਰ੍ਹਾਂ ਦੇ ਧਰਮ ਹਨ, ਵੱਖ-ਵੱਖ ਤਰ੍ਹਾਂ ਦੇ ਇਸ਼ਟ ਹਨ, ਵੱਖ-ਵੱਖ ਤਰ੍ਹਾਂ ਦਾ ਵਿਸ਼ਵਾਸ ਹੈ। ਔਰ ਕਹਿੰਦੇ ਉਹ ਵਾਹਿਗੁਰੂ ਪਰਮੇਸ਼ਰ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਉਹ ਇੱਕ ਹੀ ਹੈ, ਉਹ ਕੋਈ ਵੱਖਰਾ ਨਹੀਂ ਹੈ। ਉਹਦੇ ਨਾਮ ਹੀ ਅਲੱਗ-ਅਲੱਗ ਹਨ। ਕੋਈ ਤੀਰਥਾਂ ਦਾ ਰਟਨ ਕਰਦਾ ਹੈ, ਤੀਰਥਾਂ ਤੇ ਜਾਂਦਾ ਹੈ, ਉਥੋਂ ਲਾਹਾ ਪ੍ਰਾਪਤ ਕਰਦਾ ਹੈ। ਕੋਈ ਮੱਕੇ ਦਾ ਹਜ ਕਰਨ ਵਾਸਤੇ ਜਾਂਦਾ ਹੈ। ਕੋਈ ਕਰੇ ਪੂਜਾ, ਕੋਈ ਸਿਰ ਨਿਵਾਏ। ਕੋਈ ਆਪਣੇ ਦੇਵਤਿਆਂ ਦੀ ਪੂਜਾ ਕਰਦਾ ਹੈ ਅਤੇ ਕੋਈ ਕਹਿੰਦੇ ਫਿਰ ਮਸੀਤ ਦੇ ਵਿੱਚ ਜਾ ਕੇ ਆਪਣੇ ਸੀਸ ਨਿਵਾਉਂਦਾ ਹੈ, ਝੁਕ ਝੁਕ ਕੇ ਸਲਾਮਾਂ ਕਰਦਾ ਹੈ, ਕਲਮਾ ਆਦਿਕ ਪੜ੍ਹਦਾ ਹੈ। ਕੋਈ ਪੜ੍ਹੇ ਵੇਦ, ਕੋਈ ਕਤੇਬ। ਕੋਈ ਵੇਦਾਂ ਦਾ ਅਭਿਆਸ ਕਰਦਾ ਹੈ, ਕੋਈ ਕਤੇਬਾਂ ਦਾ, ਇਸਲਾਮ ਦੇ ਜਿਹੜੇ ਧਾਰਮਿਕ ਗ੍ਰੰਥ ਹਨ ਉਹਨਾਂ ਨੂੰ ਵਾਚਦਾ ਹੈ, ਉਹਨਾਂ ਨੂੰ ਪੜ੍ਹਦਾ ਹੈ। ਕੋਈ ਓਢ ਨੀਲ, ਕੋਈ ਸਫੇਦ। ਵਸਤਰ ਵੀ ਅਲੱਗ-ਅਲੱਗ ਤਰ੍ਹਾਂ ਦੇ ਪਹਿਨਦੇ ਹਨ। ਮੂਲ ਰੂਪ ਦੇ ਵਿੱਚ ਕਿਸੇ ਧਰਮ ਦੇ ਵਿੱਚ ਹੋਵੇ, ਕਿਸੇ ਪੰਥ ਵਿੱਚ ਹੋਵੇ, ਕਿਸੇ ਸੰਪਰਦਾ ਦੇ ਵਿੱਚ ਹੋਵੇ, ਪਰ ਕੁਝ ਪ੍ਰਾਪਤੀ ਕਰੇ, ਐਵੇਂ ਬਾਹਰ ਦਾ ਲਿਬਾਸ ਨਾ ਧਾਰਨ ਕਰੇ, ਫੇਰ ਮਜ਼ਾ ਹੈ, ਫੇਰ ਆਨੰਦ ਹੈ। ਇਸ ਤਰ੍ਹਾਂ ਕਹਿੰਦੇ ਇਹ ਅਲੱਗ-ਅਲੱਗ ਤਰ੍ਹਾਂ ਦੇ ਨਾਲ ਕੋਈ ਨੀਲੇ ਵਸਤਰ ਪਹਿਨਦਾ ਹੈ, ਕੋਈ ਸਫੇਦ ਵਸਤਰ ਪਹਿਨਦਾ ਹੈ। ਕੋਈ ਕਹੈ ਤੁਰਕ, ਕੋਈ ਕਹੈ ਹਿੰਦੂ। ਕੋਈ ਆਪਣੇ ਆਪ ਨੂੰ ਤੁਰਕ ਕਹਾਉਂਦਾ ਹੈ, ਕੋਈ ਆਪਣੇ ਆਪ ਨੂੰ ਹਿੰਦੂ ਅਖਵਾਉਂਦਾ ਹੈ। ਕੋਈ ਪਾਛੈ ਭਿਸਤ, ਕੋਈ ਸੁਰਗਿੰਦੂ। ਕੋਈ ਇਹ ਇੱਛਾ ਰੱਖਦਾ ਹੈ ਕਿ ਮੈਨੂੰ ਭਿਸਤ ਪ੍ਰਾਪਤ ਹੋਵੇ, ਕੋਈ ਇਹ ਇੱਛਾ ਰੱਖਦਾ ਹੈ ਕਿ ਮੈਨੂੰ ਸਵਰਗਾਂ ਦੀ ਪ੍ਰਾਪਤੀ ਹੋਵੇ। ਇਹ ਵੱਖ-ਵੱਖ ਤਰ੍ਹਾਂ ਦੇ ਵਿਸ਼ਵਾਸ, ਵੱਖ-ਵੱਖ ਤਰ੍ਹਾਂ ਦੇ ਨਾਮ ਹਨ। ਕਹੋ ਨਾਨਕ ਜਿਨ ਹੁਕਮ ਪਛਾਤਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਮ ਹੇਠ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਕਿ ਜਿਸ ਵੀ ਜੀਵ ਨੇ ਉਸ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਨੂੰ ਪਹਿਚਾਣ ਲਿਆ। ਹੁਕਮ ਕੀ ਹੈ? ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਕਿਸੇ ਵੀ ਕੋਈ ਧਰਮ ਦੇ ਵਿੱਚ ਹੈ, ਜੇ ਹਿੰਦੂ ਹੈ ਤਾਂ ਰਾਮ ਰਾਮ ਦਾ ਅਭਿਆਸ ਕਰੇ, ਜੇ ਮੁਸਲਮਾਨ ਹੈ ਅੱਲਾਹੂ ਅੱਲਾਹੂ ਦਾ ਜਪ ਕਰੇ, ਜੇ ਸਿੱਖ ਹੈ ਵਾਹਿਗੁਰੂ 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 ਦਾ ਜਪ ਕਰੇ, ਮੂਲ ਮੰਤਰ ਦਾ ਜਪ ਕਰੇ। ਇਸ ਤਰ੍ਹਾਂ ਜਿਸਨੇ ਵੀ ਹੁਕਮ ਨੂੰ ਪਹਿਚਾਣ ਲਿਆ ਹੈ, ਕਹਿੰਦੇ ਉਹੀ ਜਿਹੜਾ ਜੀਵ ਹੈ ਉਹੀ ਮਾਨਤਾ ਪ੍ਰਾਪਤ ਕਰਦਾ ਹੈ, ਉਹੀ ਮਹਾਨ ਹੈ। ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਉਸ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਭੇਦ ਨੂੰ ਉਹੀ ਜਾਣ ਲੈਂਦਾ ਹੈ। ਜਿਵੇਂ ਬਾਜੀਗਰ ਬਾਜੀ ਪਾਉਂਦਾ ਹੈ ਨਾ, ਤਮਾਸ਼ਾ ਵਿਖਾਉਂਦਾ ਹੈ, ਲੋਕਾਂ ਨੂੰ ਤਾਂ ਭਰਮਾ ਲੈਂਦਾ ਹੈ, ਪਰ ਜਿਹੜੇ ਉਹਦੇ ਨੇੜੇ ਵਾਲੇ ਹੁੰਦੇ ਹਨ ਨਾ, ਜਿਹੜੇ ਉਹਦੇ ਸਾਥੀ, ਉਹਨਾਂ ਨੂੰ ਸਭ ਪਤਾ ਹੁੰਦਾ ਵੀ ਐਵੇਂ ਖੇਲ ਹੀ ਵਿਖਾ ਰਿਹਾ ਹੈ ਕੁਝ ਵੀ ਨਹੀਂ। ਇਸ ਤਰ੍ਹਾਂ ਰੱਬ ਦੇ ਪਿਆਰਿਆਂ ਨੂੰ ਫਿਰ ਰੱਬ ਦੇ ਭੇਦਾਂ ਦਾ ਪਤਾ ਚੱਲ ਜਾਂਦਾ ਹੈ ਵੀ ਉਹਦਾ ਤਮਾਸ਼ਾ ਹੈ, ਉਹਦੀ ਖੇਡ ਹੈ। ਐਵੇਂ ਲੋਕਾਂ ਨੂੰ ਆਰੇ ਲਗਾਇਆ ਹੋਇਆ ਹੈ ਕੁਝ ਵੀ ਨਹੀਂ ਕੋਈ ਗੱਲ ਵਿੱਚ। ਜਿਹੜੇ ਕਹਿੰਦੇ ਪ੍ਰਭੂ ਸਿਮਰਨ ਕਰਨ ਵਾਲੇ ਹਨ, ਅੱਲਾ ਦਾ, ਰਾਮ ਦਾ, ਵਾਹਿਗੁਰੂ ਦਾ ਨਾਮ ਜਪਣ ਵਾਲੇ ਹਨ, ਨਾਮ ਜਪਣ ਵਾਲਿਆਂ ਨੂੰ ਫਿਰ ਕਹਿੰਦੇ ਵਾਹਿਗੁਰੂ ਦਾ ਭੇਦ ਪਤਾ ਚੱਲ ਜਾਂਦਾ ਹੈ, ਉਸ ਦੀ ਨੇੜਤਾ ਉਹਨਾਂ ਨੂੰ ਹਾਸਲ ਹੋ ਜਾਂਦੀ ਹੈ। ਦੋਹਰਾ ਸ਼੍ਰੀ ਪਰਮੇਸ਼ਰ ਏਕ ਹੈ, ਝਗਰਤ ਦੋਏ ਬਤਾਏ। ਕਹਿੰਦੇ ਉਹ ਸ਼੍ਰੀ ਪਰਮੇਸ਼ਰ ਪਰਮ ਈਸ਼ਵਰ ਵਾਹਿਗੁਰੂ ਪਰਮੇਸ਼ਰ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਇੱਕ ਹੀ ਹੈ। ਐਵੇਂ ਕਹਿੰਦੇ ਲੋਕਾਂ ਨੇ ਝਗੜਾ ਪਾਇਆ ਹੋਇਆ ਹੈ, ਦੋ ਆਖ ਰਹੇ ਹਨ। ਸੁਨੋ ਸ਼ਾਹ ਨਿਸ਼ਚੈ ਕਰੋ, ਏਕੋ ਰਾਮ ਖੁਦਾਏ। ਬਾਦਸ਼ਾਹ ਇਸ ਗੱਲ ਦਾ ਨਿਸ਼ਚਾ ਕਰੋ, ਰਾਮ ਅਤੇ ਖੁਦਾ ਦੇ ਵਿੱਚ ਕੋਈ ਭੇਦ ਨਹੀਂ ਹੈ। ਹੁਣ ਭਗਤ ਬੇਣੀ ਜੀ
ਸਨਾਤਨ ਦੇ ਵਿੱਚੋਂ ਹਨ। ਘਰ ਕਹਿ ਜਾਂਦੇ ਹਨ ਵੀ ਮੈਂ ਕਥਾ ਕਰਨ ਵਾਸਤੇ ਚੱਲਿਆ ਹਾਂ। ਘਰ ਵਾਲੀ ਬੱਚੇ ਕਹਿੰਦੇ ਵੀ ਜੇ ਕਥਾ ਕਰਨ ਚੱਲਿਓ ਕੁਝ ਕਥਾ ਕਰਾਉਣ ਵਾਲੇ ਭੇਟਾ ਵੀ ਤਾਂ ਦਿੰਦੇ ਹੋਣਗੇ ਨਾ, ਤੁਸੀਂ ਲੈ ਕੇ ਤਾਂ ਕੁਝ ਆਉਂਦੇ ਨਹੀਂ। ਕਹਿੰਦੇ ਉਹ ਜਿਹੜਾ ਸ਼ਾਹੂਕਾਰ ਸਾਡੇ ਕੋਲੋਂ ਕਥਾ ਸੁਣਦਾ ਹੈ ਨਾ ਰਾਜਾ, ਉਹ ਕਹਿੰਦਾ ਵੀ ਕਥਾ ਦੀ ਭੇਟਾ ਤੁਹਾਨੂੰ ਜਦੋਂ ਤੁਸੀਂ ਭੋਗ ਪਾਓਗੇ ਨਾ ਸਾਰੀ ਇਕੱਠੀ ਦੇ ਦਿਆਂਗੇ। ਔਰ ਸਾਧ ਸੰਗਤ ਜੀ ਕਰਦੇ ਨੇ। ਇੱਕ ਦਿਨ ਘਰ ਦੇ ਬਹੁਤੇ ਹੀ ਨਾਰਾਜ਼ ਹੋ ਗਏ ਵੀ ਐਵੇਂ ਤੁਸੀਂ ਆਲਾ ਟਾਲਾ ਹੀ ਕਰੀ ਜਾਂਦੇ ਹੋ। ਕਹਿੰਦੇ ਇਸ ਤਰ੍ਹਾਂ ਫਿਰ ਜਦ ਪ੍ਰਭੂ ਦੀ ਯਾਦ ਦੇ ਵਿੱਚ ਜਾ ਕੇ ਬੈਠੇ, ਪ੍ਰਭੂ ਦੇ ਚਰਨਾਂ ਦੇ ਵਿੱਚ ਧਿਆਨ ਜੁੜ ਗਿਆ। ਪ੍ਰਭੂ ਨੇ ਆਪ ਕਿਸੇ ਗੱਲ ਦੀ ਘਰ ਦੇ ਵਿੱਚ ਤੋਟ ਨਾ ਰਹਿਣ ਦਿੱਤੀ, ਸਾਰੀਆਂ ਕਮੀਆਂ ਦੂਰ ਕਰ ਦਿੱਤੀਆਂ। ਸਿੱਖ ਸੇਵਾ ਕਰਦਾ ਹੈ ਨਾ, ਸਿਮਰਨ ਕਰਦਾ ਹੈ, ਕਰਦਾ ਰਹਿੰਦਾ ਹੈ, ਪਰ ਜਦ ਗੁਰੂ ਦੀ ਵਾਰੀ ਆਉਂਦੀ ਹੈ ਨਾ, ਇੱਕ ਛਿੰਨ ਦੇ ਵਿੱਚ ਸਾਰੀਆਂ ਕਸਰਾਂ ਕੱਢ ਦਿੰਦੇ ਹਨ, ਕੋਈ ਕਮੀ ਨਹੀਂ ਰਹਿ ਦਿੰਦੇ ਹਨ। ਬਾਬਾ ਫਰੀਦ ਜੀ ਹਨ, ਉਹ ਆਪਣੇ ਹਿਸਾਬ ਦੇ ਨਾਲ ਇਬਾਦਤ ਕਰਦੇ ਹਨ, ਭਗਤੀ ਕਰਦੇ ਹਨ। ਇਸ ਤਰੀਕੇ ਦੇ ਨਾਲ ਸਿੱਖ ਜਗਤ ਦੇ ਵਿੱਚ ਸਾਰਿਆਂ ਨੂੰ ਸਨਮਾਨ ਦਿੱਤਾ ਗਿਆ ਹੈ। ਜੇਕਰ ਹਿੰਦੁਸਤਾਨ ਸੈਕੂਲਰ ਦੇਸ਼ ਹੈ ਤਾਂ ਸਿੱਖ ਧਰਮ ਸੈਕੂਲਰ ਧਰਮ ਹੈ। ਇਸ ਤੋਂ ਵੱਧ ਕੇ ਕੋਈ ਧਰਮ ਵੀ ਨਹੀਂ। ਭਾਵੇਂ ਚੈਨਲਾਂ ਦੇ ਉੱਪਰ ਜਿੰਨਾ ਮਰਜ਼ੀ ਲੋਕ ਰੌਲਾ ਪਾਈ ਜਾਣ, ਉਹਨਾਂ ਦੀ ਗੱਲ ਕਦੇ ਨਹੀਂ ਬਣੇਗੀ। ਕਿਉਂਕਿ ਜੇ ਸਰਬ ਸਾਂਝੀਵਾਲਤਾ ਦਾ ਉਪਦੇਸ਼ ਕੋਈ ਧਰਮ ਦਿੰਦਾ ਹੈ ਤਾਂ ਸਿੱਖ ਧਰਮ ਦਿੰਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸਾਰੇ ਧਰਮਾਂ ਵਾਲਿਆਂ ਨੂੰ ਸਨਮਾਨ ਦਿੱਤਾ ਗਿਆ ਹੈ। ਆਖਣ ਲੱਗੇ ਕੋਈ ਰਾਮ ਆਖਦਾ ਹੈ, ਕੋਈ ਖੁਦਾ ਆਖਦਾ ਹੈ, ਇਹ ਸਾਰੇ ਵਾਹਿਗੁਰੂ ਪਰਮੇਸ਼ਰ ਦੇ ਵੱਖਰੇ ਵੱਖਰੇ ਨਾਮ ਹਨ। ਅਰਥ ਕਿਰਪਾਲ ਰਹੀਮ ਕੋ ਏਕੋ ਜਾਣਿਓ ਜਾਏ। ਕਿਰਪਾਲ ਦਾ ਅਰਥ ਹੈ ਕਿਰਪਾ ਕਰਨ ਵਾਲਾ, ਰਹੀਮ ਦਾ ਅਰਥ ਹੈ ਰਹਿਮਤ ਕਰਨ ਵਾਲਾ। ਕਿਰਪਾ ਤੇ ਰਹਿਮਤ ਦੇ ਵਿੱਚ ਕੀ ਫਰਕ ਹੈ? ਇਸ ਤਰ੍ਹਾਂ ਇੱਕੋ ਹੀ ਅਰਥ ਹੈ ਦੋਨਾਂ ਦਾ। ਪੱਖਪਾਤ ਕਰ ਪਰਸਪਰ ਝੂਠੇ ਦੋਏ ਬਣਾਏ। ਇਸ ਤਰ੍ਹਾਂ ਆਪਣਾ ਪੱਖ ਕਰਦੇ ਹਨ, ਆਪਣਾ ਮੰਡਣ ਕਰਦੇ ਹਨ, ਦੂਸਰੇ ਦਾ ਖੰਡਨ ਕਰਦੇ ਹਨ। ਕਈ ਵਾਰੀ ਤਾਂ ਇਸ ਤਰ੍ਹਾਂ ਹੋ ਜਾਂਦਾ ਹੈ, ਆਪਣਾ ਮੰਡਣ ਕਰਨ ਯੋਗ ਵੀ ਕੁਝ ਨਹੀਂ ਹੁੰਦਾ ਹੈ, ਬਸ ਦੂਸਰਿਆਂ ਦਾ ਖੰਡਨ ਹੀ ਕਰੀ ਜਾਂਦੇ ਹਨ, ਦੂਸਰਿਆਂ ਨੂੰ ਝੂਠੇ ਆਖਦੇ ਹਨ। ਹਮਰੋ ਮਤ ਹੈ ਅਪਰ ਬਿਦ ਮਿਲਿਓ ਦੋਨੋਂ ਸਾਥ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਕਿ ਬਾਦਸ਼ਾਹ ਸਾਡਾ ਜਿਹੜਾ ਸਿੱਖ ਧਰਮ ਹੈ ਨਾ, ਸਾਰਿਆਂ ਦੇ ਨਾਲ ਵੀ ਹੈ ਅਤੇ ਸਾਰਿਆਂ ਤੋਂ ਵੱਖਰਾ ਵੀ ਹੈ। ਇਹਦੇ ਵਿੱਚ ਦੋਨੇ ਹੀ ਸਿਫਤਾਂ ਹਨ। ਹਰ ਦੋਨੋਂ ਤੇ ਪ੍ਰਿਥਕ ਭੀ ਨਹੀਂ ਬਾਤ ਕੀ ਗਾਥ। ਇਹ ਝਗੜੇ ਪਾਉਣ ਵਾਲਾ ਨਹੀਂ ਹੈ, ਇਹ ਝਗੜੇ ਮਿਟਾਉਣ ਵਾਲਾ ਹੈ। ਜਿਹੜਾ ਵੀ ਗੁਰੂ ਦੇ ਚਰਨਾਂ ਦੇ ਵਿੱਚ ਬੈਠ ਕੇ ਬਾਣੀ ਸੁਣਦਾ ਹੈ, ਸਿਮਰਨ ਕਰਦਾ ਹੈ, ਸਾਰੇ ਝਗੜੇ ਮਿਟ ਜਾਂਦੇ ਹਨ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ। ਹਰ ਨਾਮੇ ਕੀ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਕੌਮਾਂ ਦੇ ਝਗੜੇ, ਧਰਮਾਂ ਦੇ ਝਗੜੇ, ਸੰਪਰਦਾਵਾਂ ਦੇ ਝਗੜੇ ਸਾਰੇ ਮਿਟ ਜਾਣਗੇ। ਸੰਤ ਅਤਰ ਸਿੰਘ ਜੀ ਦੇ ਬਚਨ ਹਨ। ਉਹਨਾਂ ਕਿਹਾ ਸੀ ਜਿਹੜੇ ਕੌਮਾਂ ਦੇ ਵਿੱਚ ਝਗੜੇ ਪਏ ਹੋਏ ਹਨ ਸਭ ਮਿਟ ਜਾਣਗੇ, ਜੇਕਰ ਸਾਰਾ ਪੰਥ ਅਕਾਲ ਤਖਤ ਦੇ ਸਾਹਮਣੇ ਬੈਠ ਕੇ ਕੀਰਤਨ ਸੁਣੇਗਾ ਤਾਂ ਸਾਰੇ ਦੂਰ ਹੋ ਜਾਣਗੇ। ਸਾਰੇ ਧਰਮਾਂ ਦੇ ਝਗੜੇ ਮਿਟ ਜਾਂਦੇ ਹਨ ਜੇ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਸਤਿਗੁਰਾਂ ਦੇ ਸਨਮੁਖ ਆ ਜਾਣ। ਹੁਕਮ ਜਾਨ ਸਾਹਿਬ ਪ੍ਰਭੂ ਦੁਖ ਸੁਖ ਜਿਮ ਬਨ ਆਏ। ਇਸ ਤਰ੍ਹਾਂ ਉਹ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਜਾਣ ਕੇ ਪਰਮੇਸ਼ਰ ਦੇ ਨਾਮ ਦਾ ਜਿਹੜਾ ਸਿਮਰਨ ਕਰਦੇ ਹਨ, ਦੁੱਖ ਸੁਖ ਜੇਕਰ ਜੀਵਨ ਦੇ ਵਿੱਚ ਬਣ ਜਾਵੇ। ਹਰਕਤ ਰਹਿ ਸਦੀਵ ਹੈ ਦੋਸ਼ ਨਹੀਂ ਅਰ ਪਾਏ। ਸਦੀਵ ਕਾਲ ਵਾਸਤੇ ਜੀਵਨ ਦੇ ਵਿੱਚ ਖੇੜਾ ਆ ਜਾਂਦਾ ਹੈ, ਕਿਸੇ ਗੱਲ ਦਾ ਕੋਈ ਦੋਸ਼ ਕੋਈ ਕਮੀ ਨਹੀਂ ਰਹਿ ਜਾਂਦੀ ਹੈ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ।
ਸਾਰੇ ਦੁੱਖਾਂ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਸਤਨਾਮ ਕੋ ਸਿਮਰਨੋ ਤਿਆਗਨ ਤਨ ਅਭਿਆਸ। ਸਤਨਾਮ ਦਾ ਸਿਮਰਨ ਕਰਨਾ, ਤਨ ਅਭਿਆਸ ਜਿਹੜਾ ਹੈ ਉਸ ਦਾ ਤਿਆਗ ਕਰਨਾ, ਸਰੀਰ ਤੋਂ ਉੱਪਰ ਉੱਠ ਜਾਣਾ। ਤੀਨੋਂ ਤੇ ਪ੍ਰਭ ਕੋ ਮਿਲੇ ਹੋਏ ਬ੍ਰਹਮ ਗਿਆਨ ਪ੍ਰਕਾਸ਼। ਇਹ ਤਿੰਨ ਗੱਲਾਂ ਤੋਂ ਉੱਪਰ ਜਿਹੜਾ ਹੈ ਨਾ, ਤਿੰਨ ਗੱਲਾਂ ਨੂੰ ਧਾਰਨ ਕਰਨ ਦੇ ਨਾਲ, ਹਉਮੈ ਦਾ ਤਿਆਗ ਕਰਨ ਦੇ ਨਾਲ, ਸਿਮਰਨ ਕਰਨ ਦੇ ਨਾਲ, ਔਰ ਇਸ ਤਰ੍ਹਾਂ ਆਪਣੇ ਦੇਹ ਦਾ ਅਧਿਆਸ ਤਿਆਗਣ ਦੇ ਨਾਲ, ਹਉਮੈ ਦਾ ਤਿਆਗ ਕਰਨ ਦੇ ਨਾਲ, ਹਉਮੈ ਤਜਨ ਨਾਮ ਲਿਵ ਲਾਵਨ, ਭਾਣਾ ਮੰਨਣ ਪੰਥ ਇਹ ਪਾਵਨ। ਇਹ ਤਿੰਨ ਗੱਲਾਂ ਨੂੰ ਧਾਰਨ ਕਰਕੇ ਜੀਵਨ ਦੇ ਵਿੱਚ ਕਈ ਮਹਾਰਾਜ ਕਹਿੰਦੇ ਬ੍ਰਹਮ ਗਿਆਨ ਜੋ ਹੈ ਉਹ ਪ੍ਰਕਾਸ਼ਮਾਨ ਹੋ ਜਾਂਦਾ ਹੈ। ਇਸ ਤਰ੍ਹਾਂ ਧੰਨ ਦੀਨ ਦੁਨੀ ਦੇ ਮਾਲਕ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਹੜਾ ਉਹਨੇ ਸਵਾਲ ਕੀਤਾ ਜਹਾਂਗੀਰ ਨੇ, ਉਸ ਦਾ ਜਵਾਬ ਦਿੰਦੇ ਹਨ ਵੀ ਇਹ ਐਵੇਂ ਝਗੜੇ ਪਏ ਹੋਏ ਹਨ, ਉਹ ਵਾਹਿਗੁਰੂ ਪਰਮੇਸ਼ਰ ਇੱਕ ਹੀ ਹੈ। ਸਾਰੇ ਪੀਰ ਪੈਗੰਬਰ ਅਵਤਾਰ ਰਿਸ਼ੀ ਮੁਨੀ ਸਾਰੇ ਮਹਾਨ ਹਨ, ਜਿਹੜੇ ਰੱਬ ਦਾ ਰਸਤਾ ਦੱਸਦੇ ਹਨ। ਆਪਣੇ ਆਪਣੇ ਇਸ਼ਟ ਹਨ, ਆਪਣੇ ਆਪਣੇ ਧਾਰਮਿਕ ਅਸਥਾਨ ਹਨ, ਆਪਣੇ ਆਪਣੇ ਮੰਤਰ ਹਨ। ਕੋਈ ਰਾਮ ਜਪਦਾ ਹੈ, ਕੋਈ ਅੱਲਾ ਜਪਦਾ ਹੈ, ਕੋਈ ਖੁਦਾ ਜਪਦਾ ਹੈ, ਕੋਈ ਗੁਸਾਈ ਜਪਦਾ ਹੈ। ਇਹ ਕਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਹਾਂਗੀਰ ਦੀ ਖਾਤਰ ਜਮਾ ਕਰਵਾਉਣਾ ਕੀਤੀ ਹੈ। ਸੋ ਸਾਧ ਸੰਗਤ ਜੀ, ਬਾਕੀ ਜੋ ਅਧਿਆਏ ਹੈ ਪ੍ਰਸੰਗ ਆਪ ਜੀ ਨੇ ਕੱਲ ਦੇ ਸਮੇਂ ਦੇ ਵਿੱਚ ਸਰਵਣ ਕਰਨਾ। ਆਓ 2 ਮਿੰਟ ਵਾਸਤੇ ਸਾਰੇ ਮਿਲ ਕੇ ਪੜ੍ਹਨਾ ਕਰੀਏ। ਗੁਰੂ ਅਰਜਨ ਵਿਟੋ ਕੁਰਬਾਨੀ, ਗੁਰ ਅਰਜਨ ਵਿਟੋ ਕੁਰਬਾਨੀ। ਗੁਰ ਅਰਜਨ ਵਿਟੋ ਕੁਰਬਾਨੀ, ਗੁਰ ਅਰਜਨ ਵਿਟੋ ਕੁਰਬਾਨੀ। ਰਹਿੰਦੇ ਗੁਰ ਦਰਿਆਓ ਵਿੱਚ, ਰਹਿੰਦੇ ਗੁਰ ਦਰਿਆਓ ਵਿੱਚ, ਰਹਿੰਦੇ ਗੁਰ ਦਰਿਆਓ ਵਿੱਚ, ਰਹਿੰਦੇ ਗੁਰ ਦਰਿਆਓ ਵਿੱਚ। ਮੀਨ ਕੁਲੀਨ ਏਤ ਨਿਰਬਾਣੀ, ਮੀਨ ਕੁਲੀਨ ਏਤ ਨਿਰਬਾਣੀ। ਮੀਨ ਕੁਲੀਨ ਹੇਤ ਨਿਰਬਾਣੀ, ਮੀਨ ਕੁਲੀਨ ਹੇਤ ਨਿਰਬਾਣੀ। ਦਰਸ਼ਨ ਦੇਖ ਪਤੰਗ ਜਿਉ, ਦਰਸ਼ਨ ਦੇਖ ਪਤੰਗ ਜਿਉ, ਦਰਸ਼ਨ ਦੇਖ ਪਤੰਗ ਜਿਉ, ਦਰਸ਼ਨ ਦੇਖ ਪਤੰਗ ਜਿਉ। ਜੋਤੀ ਅੰਦਰ ਜੋਤ ਸਮਾਣੀ, ਜੋਤੀ ਅੰਦਰ ਜੋਤ ਸਮਾਣੀ। ਜੋਤੀ ਅੰਦਰ ਜੋਤ ਸਮਾਣੀ, ਜੋਤੀ ਅੰਦਰ ਜੋਤ ਸਮਾਣੀ। ਗੁਰ ਅਰਜਨ ਵਿਟੋ ਕੁਰਬਾਨੀ, ਗੁਰ ਅਰਜਨ ਵਿਟੋ ਕੁਰਬਾਨੀ। ਗੁਰ ਅਰਜਨ ਵਿਟੋ ਕੁਰਬਾਨੀ, ਗੁਰ ਅਰਜਨ ਵਿਟੋ ਕੁਰਬਾਨੀ। ਸੋ ਸਾਧ ਸੰਗਤ ਜੀ, ਇੰਨੀ ਹਾਜ਼ਰੀ ਪ੍ਰਵਾਨ ਕਰਨੀ। ਸਮੂਹ ਸੰਗਤ ਦਾ ਹਾਰਦਿਕ ਧੰਨਵਾਦ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ। ਸਤਨਾਮ ਕੋ ਸਿਮਰਨੋ ਤਿਆਗਨ ਤਨ ਅਭਿਆਸ, ਤੀਨੋਂ ਤੇ ਪ੍ਰਭ ਕੋ ਮਿਲੈ ਹੋਏ ਬ੍ਰਹਮ ਗਿਆਨ ਪ੍ਰਕਾਸ਼।